ਕੋਈ ਪੋਲੀਟੀਸ਼ੀਅਨ ਕਾਹਦੇ ਵਾਸਤੇ ਪੋਲਿਟਿਕਸ 'ਚ ਆਉਂਦਾ ਹੈ? ਪੋਲੀਟੀਕਲ ਪਾਵਰ ਵਾਸਤੇ ਆਉਂਦਾ ਹੈ। ਪੋਲੀਟੀਕਲ ਪਾਵਰ ਨਹੀਂ ਹੋਊਗੀ ਤਾਂ ਉਹ ਨਵਜੋਤ ਸਿੱਧੂ ਕਿਵੇਂ ਆਪਣੇ ਜਿਹੜੇ ਜੇ ਇਹ ਗੱਲਾਂ ਕਹਿੰਦਾ ਲਾਗੂ ਕਰ ਆਹ ਕਰੋ ਕੌਣ ਕਰੂਗਾ? ਪਿਛਲੀ ਵਾਰ ਵੀ ਜਿਹੜੇ ਕੇਜਰੀਵਾਲ ਨੂੰ ਹਾਰ ਕਿਉਂ ਹੋਈ, ਸਾਰੀਆਂ ਇਹ ਇੰਪ੍ਰੈਸ਼ਨ ਦੇ ਕੇ ਦਿੱਤਾ ਗਿਆ ਕਿ ਉਹ ਖਾਲਿਸਤਾਨੀਆਂ ਨੇ ਮਿਲਿਆ ਹੋਇਆ ਤੇ ਉਹਨਾਂ ਨੇ ਮਿਲਿਆ ਹੋਇਆ ਤੇ ਜਿਹੜਾ ਹਿੰਦੂ ਤੇ ਸਾਰਾ ਵੋਟ ਸੀ, ਅਰਬਨ ਵੋਟ ਸਾਰਾ ਕਾਂਗਰਸ ਵੱਲ ਪਲਟ ਗਿਆ ਜੀ। ਤੇ ਐਤਕੀ ਫੇਰ ਉਹੀ ਜੇ ਤੁਸੀਂ ਕਹਿ ਰਹੇ ਹੋ ਵੀ ਸਿੱਖਾਂ ਨੂੰ ਖੁਸ਼ ਕਰਨਾ, ਸਿੱਖ ਚਿਹਰਾ ਦੇਵਾਂਗੇ ਤੇ ਫੇਰ ਉਹ ਵੀ ਤੁਸੀਂ ਬੁਝਾਰ ਜੀ ਰੱਖਦੇ ਹੋ ਵੀ ਕੌਣ ਹੋਏਗਾ ਤੁਹਾਡਾ। ਉਹ ਸਾਰੀ ਵੀ ਇਸ ਕਾਂਗਰਸ ਸਰਕਾਰ ਨੇ, ਇਸ ਚੀਫ ਮਿਨਿਸਟਰ ਨੇ ਕੁਝ ਨਹੀਂ ਕੀਤਾ। ਉਹ ਸਾਰਾ ਉਹਨਾਂ ਦਾ ਤੋੜਾ ਇਸ ਗੱਲ ਤੇ ਝੜਿਆ ਹੋਇਆ ਜੀ। ਤੇ ਜਦੋਂ ਹੁਣ ਲੋਕਾਂ ਕੋਲ ਜਾਣਗੇ ਉਹ ਇਸੇ ਸਰਕਾਰ ਦੌਰਾਨ ਤਾਂ ਕੀ ਦੱਸਣਗੇ ਵੀ ਸਾਡੀ ਕਿਉਂ ਸਾਨੂੰ ਵੋਟਾਂ ਦਿਓ। ਇਸ ਮਸਲੇ 'ਚ ਉਸ ਤੋਂ ਬਾਅਦ ਮਨੀਸ਼ ਤਿਵਾੜੀ ਨੇ ਜਿਹੜੇ ਟਵੀਟ ਕੀਤੇ ਹੈ ਅੱਜ, ਮਨੀਸ਼ ਤਿਵਾੜੀ ਤੇ ਪਵਨ ਦੀਵਾਨ ਨੇ, ਉਹ ਵੀ ਇਸੇ ਗੱਲ ਨੂੰ ਵੀ ਹਿੰਦੂ ਕਿੱਥੇ ਆ, ਵੀ ਤੁਸੀਂ ਸਿੱਖਾਂ ਨੂੰ ਸਾਰੇ ਅਹੁਦੇ ਦੇਈ ਜਾਂਦੇ ਹੋ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਿਆਸਤ ਦੇ ਰੰਗ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਜਤਿੰਦਰ ਸਿੰਘ ਤੇ ਸ਼ੁਰੂਆਤ ਅੱਜ ਜਿਹੜੀ ਕਰਾਂਗੇ ਉਹ ਸਿਆਸਤ ਨੂੰ ਲੈ ਕੇ ਹੀ ਹੋਵੇਗੀ, ਕਿਉਂਕਿ ਪ੍ਰੋਗਰਾਮ ਦਾ ਨਾਮ ਹੀ ਸਿਆਸਤ ਦੇ ਰੰਗ ਰੱਖਿਆ ਗਿਆ। ਸਿਆਸਤ ਦੇ ਵਿੱਚ ਕੀ ਕੁਝ ਨਵਾਂ ਵਾਪਰ ਰਿਹਾ, ਪੰਜਾਬ ਦੀ ਸਿਆਸਤ ਜਿਹੜੀ ਆ ਉਹ ਕਿਸ ਪਾਸੇ ਜਾ ਰਹੀ ਹੈ, ਕੀ ਕੁਝ ਤਬਦੀਲੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਿਆਸਤ ਦੇ ਵਿੱਚ ਆਉਣਗੀਆਂ, ਜਾਂ ਫਿਰ 2022 ਦੀਆਂ ਚੋਣਾਂ ਨੂੰ ਲੈ ਕੇ ਰੋਜ਼ ਹਰੇਕ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ, ਪੱਬਾਂ ਭਾਰ ਨਜ਼ਰ ਆ ਰਹੀ ਹੈ। ਇਸ ਬਾਰੇ ਵੀ ਚਰਚਾ ਜਿਹੜੀ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਅੱਜ ਗੱਲ ਕਰਾਂਗੇ ਜਿਹੜੇ ਮੁੱਦੇ ਕਹਿ ਸਕਦੇ ਹਾਂ ਕਿ ਹਾਵੀ ਹੋ ਰਹੇ ਨੇ ਸਿਆਸਤ ਦੇ ਉੱਤੇ। ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਆਪਸ ਦੇ ਵਿੱਚ ਹੀ ਫੁੱਟ ਨਜ਼ਰ ਆ ਰਹੀ ਹੈ। ਇੱਕ ਪਾਸੇ ਪ੍ਰਧਾਨਗੀ ਨੂੰ ਲੈ ਕੇ ਰੌਲਾ ਪੈ ਰਿਹਾ ਹੈ, ਇੱਕ ਪਾਸੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਰੌਲਾ ਪੈ ਰਿਹਾ ਹੈ। ਉੱਧਰ ਕੁਝ ਲੋਕ ਜਿਹੜੇ ਨੇ ਉਹ ਅਹੁਦਿਆਂ ਦੇ ਲਈ ਤਰਲੋ ਮੱਛੀ ਹੋ ਰਹੇ ਨੇ ਕਿ ਸਾਨੂੰ ਵੀ ਕੋਈ ਨਾ ਕੋਈ ਕੈਬਨਿਟ ਦਾ ਅਹੁਦਾ ਦੇ ਦਿੱਤਾ ਜਾਵੇ ਜਾਂ ਕੋਈ ਹੋਰ ਅਹੁਦੇ ਦੇ ਨਾਲ ਨਿਵਾਜ਼ ਦਿੱਤਾ ਜਾਵੇ। ਪਰ ਕੀ ਤੇ ਕੌਣ ਇਸ ਅਹੁਦਿਆਂ ਦੇ ਉੱਤੇ ਕਾਮਯਾਬ ਹੋਣ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸ਼ਾਮਲ ਰਹਿਣਗੇ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੁਝ ਨਵੇਂ ਜਿਹੜੇ ਐਲਾਨ ਕੀਤੇ ਗਏ ਆ ਡਿਪਟੀ ਸੀਐਮ ਨੂੰ ਲੈ ਕੇ, ਉਸ ਬਾਰੇ ਗੱਲਬਾਤ ਕਰਾਂਗੇ। ਆਮ ਆਦਮੀ ਪਾਰਟੀ ਸਿਆਸਤ ਨੂੰ ਕਿਸ ਪਾਸੇ ਲੈ ਕੇ ਜਾ ਰਹੀ ਹੈ, ਜਾਂ ਫਿਰ 2022 ਦੀਆਂ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦੀ ਕੀ ਭੂਮਿਕਾ ਰਹੇਗੀ ਤੇ ਸਿਆਸਤ ਦੇ ਵਿੱਚ ਉਹਨਾਂ ਦੇ ਆਉਣ ਦੇ ਨਾਲ ਕੀ ਕੁਝ ਬਦਲਾਵ ਜਿਹੜੇ ਨੇ ਉਹ ਆਉਣਗੇ, ਜਾਂ ਹੋਰ ਵੀ ਕੁਝ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਵਿਚਰ ਰਹੀਆਂ ਨੇ, ਉਹ ਪੰਜਾਬ ਦੀ ਸਿਆਸਤ ਦੇ ਵਿੱਚ ਕਿੰਨਾ ਕੁ ਅਸਰ ਪਾਉਣਗੀਆਂ, ਉਸ ਬਾਰੇ ਵੀ ਚਰਚਾ ਕਰਾਂਗੇ। ਇਸ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਾਬੂਸ਼ਾਹੀ ਦੇ ਐਡੀਟਰ ਬਲਜੀਤ ਬੱਲੀ ਜੀ ਹੋਣਗੇ, ਕਿਉਂਕਿ ਸੀਨੀਅਰ ਪੱਤਰਕਾਰ ਨੇ ਔਰ ਆਪਾਂ ਕਹਿ ਸਕਦੇ ਹਾਂ ਕਿ ਸਿਆਸਤ ਦੇ ਵਿੱਚ ਵਿਚਰਦੇ ਵੀ ਰਹੇ ਆ, ਮੁੱਦਿਆਂ ਦੇ ਵਿੱਚ ਵਿਚਰਦੇ ਰਹੇ ਆ, ਔਰ ਜੋ ਪਿਛੋਕੜ ਆ ਇਸ ਸਿਆਸਤ ਦਾ ਉਸ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਰੱਖਦੇ ਆ। ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਮੁੱਦਿਆਂ ਦੇ ਉੱਤੇ ਤੇ ਉਹਨਾਂ ਤੋਂ ਜਾਣਾਂਗੇ ਕਿ ਉਹ ਕੀ ਇਸ ਬਾਬਤ ਸਾਰੇ ਦੀ ਰਾਏ ਰੱਖਦੇ ਆ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ। ਬਲਜੀਤ ਬੱਲੀ ਜੀ, ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਤੇ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਅੱਜ ਆਪਾਂ ਜੇਕਰ ਪਹਿਲਾਂ ਕਾਂਗਰਸ ਦੀ ਹੀ ਗੱਲ ਕਰ ਲਈਏ, ਕਿਉਂਕਿ ਮੁੱਦਾ ਜਿਹੜਾ ਉਹ ਭਖਿਆ ਹੋਇਆ ਜੀ। ਸੋਨੀਆ ਗਾਂਧੀ ਨੂੰ ਜਾ ਕੇ ਮਿਲੇ ਨੇ ਨਵਜੋਤ ਸਿੰਘ ਸਿੱਧੂ, ਰਾਹੁਲ ਗਾਂਧੀ ਨੂੰ ਵੀ ਮਿਲੇ ਨੇ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਲਗਾਤਾਰ ਦਿੱਲੀ ਦੇ ਗੇੜੇ ਮਾਰਦੇ ਨਜ਼ਰ ਆਏ ਹੈ, ਔਰ ਹੁਣ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ, ਔਰ ਸੁਨੀਲ ਕੁਮਾਰ ਜਾਖੜ ਦੀ ਜਿਹੜੀ ਛੁੱਟੀ ਹੋ ਸਕਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਵਾਕਿਆ ਹੀ ਨਵਜੋਤ ਸਿੰਘ ਸਿੱਧੂ ਦੇ ਨਾਂ ਦੇ ਉੱਤੇ ਮੋਹਰ ਲੱਗ ਚੁੱਕੀ ਹੈ? ਔਰ ਦੂਸਰੀ ਗੱਲ ਕਿ ਜਿਹੜਾ ਗਾਂਧੀ ਪਰਿਵਾਰ ਹੈ ਉਹ ਸਾਰਾ ਹੀ ਇਸ ਗੱਲ ਦੇ ਉੱਤੇ ਸਹਿਮਤੀ ਜਤਾ ਰਿਹਾ, ਜਾਂ ਫਿਰ ਹਾਲੇ ਵੀ ਕਿਤੇ ਨਾ ਕਿਤੇ ਬਾਗੀ ਸੁਰਾਂ ਜਿਹੜੀਆਂ ਨੇ ਉਹ ਉੱਠ ਰਹੀਆਂ ਨੇ, ਜਾਂ ਫਿਰ ਵਿਚਾਰਕ ਮਤਭੇਦ ਜਿਹੜੇ ਆ ਉਹ ਨਜ਼ਰ ਆ ਰਹੇ ਆ ਜੀ ਇਸ ਅਹੁਦੇ ਨੂੰ ਲੈ ਕੇ? ਦੇਖੋ, ਅਜੇ ਤੱਕ ਸੰਭਾਵਨਾ ਤਾਂ ਹੈਗੀ ਹੈ ਬਹੁਤ, ਲਗਭਗ ਅਸਾਰ ਵੀ ਨੇ ਜੀ ਕਿ ਨਵਜੋਤ ਸਿੱਧੂ ਨੂੰ ਐਡਜਸਟ ਕਰਨਾ ਜਿਹੜਾ ਉਹਦੇ ਵਾਸਤੇ ਜਿਹੜੀ ਅਹੁਦਾ ਹੀ ਇੱਕੋ ਹੈ ਜਿਹਦੇ ਵਾਸਤੇ ਉਹਦੀ ਇੱਛਾ ਜਾਂ ਕਹਿ ਲਓ ਕਿ ਅਸਰਟ ਕਰ ਰਹੇ ਨੇ ਉਹ ਜੀ। ਬਾਕੀ ਜਿਹੜੀ ਹੋਰ ਅਹੁਦੇ ਕੋਈ ਇਸ ਤਰ੍ਹਾਂ ਦੇ ਡਿਪਟੀ ਸੀਐਮਸ਼ਿਪ ਦਾ ਤਾਂ ਪਹਿਲਾਂ ਇਨਕਾਰ ਕਰ ਚੁੱਕੇ ਨੇ। ਸੋ ਸੰਭਾਵਨਾ ਪੂਰੀ ਹੈ, ਪਰ ਅਜੇ ਤੱਕ ਰਸਮੀ ਐਲਾਨ ਆਪਾਂ 6:20 ਤੇ 25 ਤੇ ਇਸ ਵੇਲੇ ਗੱਲ ਕਰ ਰਹੇ ਹਾਂ। ਅੱਜ 16 ਜੁਲਾਈ ਹੈ ਜੀ, ਤੇ ਇੱਕ ਜਾਲੀ ਜੀ ਜਿਹੜੀ ਹੈ ਚਿੱਠੀ ਵੀ
ਸਰਕੂਲੇਟ ਹੋ ਗਈ ਹੈ ਸੋਸ਼ਲ ਮੀਡੀਆ ਤੇ, ਕੇਸੀ ਵੇਣੂਗੋਪਾਲ ਦੇ ਨਾਂ ਤੇ, ਉਹ ਵੀ ਸਰਕੂਲੇਟ ਹੋ ਗਈ ਹੈ ਜੀ ਕਿੰਨੀ ਦੇਰ ਤੋਂ ਹੋ ਰਹੀ ਹੈ, ਮੈਨੂੰ ਵੀ ਕਈ ਪਾਸੇ ਤੋਂ ਆ ਗਈ। ਪਰ ਅਜੇ ਤੱਕ ਰਸਮੀ ਤੌਰ ਤੇ ਕੋਈ ਐਲਾਨ ਜਾਂ ਕੋਈ ਫੈਸਲਾ ਸਾਡੇ ਸਾਹਮਣੇ ਨਹੀਂ ਆਇਆ ਕਿ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਤਾ ਗਿਆ, ਜਾਂ ਜਿਹੜਾ ਰੀਆਰਗੇਨਾਈਜੇਸ਼ਨ ਦਾ ਰੀਸਟਰਕਚਰਿੰਗ ਦਾ ਕੰਮ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦਾ, ਉਹਦਾ ਮਤਲਬ ਉਹਦੇ ਬਾਰੇ ਕੋਈ ਰਸਮੀ ਆਰਡਰ, ਪ੍ਰੈਸ ਰਿਲੀਜ਼ ਜੀ ਜਾਂ ਪ੍ਰੈਸ ਕਾਨਫਰੰਸ ਜਾਂ ਫੈਸਲਾ ਅਜੇ ਤੱਕ ਨਹੀਂ ਆਇਆ। ਸੋ ਇਹ ਮੰਨਿਆ ਜਾ ਸਕਦਾ ਹੈ ਕਿ ਅਜੇ ਤੱਕ ਫਾਈਨਲ ਜਾਂ ਤਾਂ ਨਹੀਂ ਹੋਇਆ, ਜਾਂ ਫਾਈਨਲ ਜੇ ਹੋ ਵੀ ਜਾਵੇ, ਮੇਰੀ ਮੰਨਣਾ ਇਹ ਹੈ ਕਿ ਜੇ ਫਾਈਨਲ ਹੋ ਵੀ ਜਾਵੇ ਤਾਂ ਉਹ ਐਦਾਂ ਅਨਾਉਂਸਮੈਂਟ ਨਹੀਂ ਹੋਏਗੀ ਵਨ ਸਾਈਡਡ, ਜਾਂ ਪ੍ਰੈਸ ਨੋਟ ਰਾਹੀਂ ਅਨਾਉਂਸਮੈਂਟ ਨਹੀਂ ਹੋਏਗੀ ਜੀ। ਕਿਉਂਕਿ ਜੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਕੁਦਰਤੀ ਤੌਰ ਤੇ ਉਹਦੀ ਜਿਹੜੀ ਅਨਾਉਂਸਮੈਂਟ ਉਹ ਜਾਂ ਉਹਦੀ ਸਹਿਮਤੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਹੋਏਗਾ, ਤੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਨੂੰ ਇਕੱਠਿਆਂ ਕਰਕੇ ਹੀ ਅਨਾਉਂਸਮੈਂਟ ਕੋਈ ਕੀਤੀ ਜਾਏਗੀ। ਮੈਂ ਇਹ ਮਤਲਬ ਨੈਚੁਰਲ ਪ੍ਰੋਸੈਸ ਇਹ ਹੈ ਜੀ। ਜੇ ਇਕੱਠਿਆਂ ਨੂੰ ਕਰਕੇ ਨਹੀਂ ਕਰਦੇ, ਤੁਸੀਂ ਵੈਸੇ ਹੀ ਅਨਾਉਂਸਮੈਂਟ ਹੋ ਜਾਂਦੀ ਹੈ, ਫਿਰ ਇਹਦਾ ਜਿਹੜਾ ਜੋ ਪ੍ਰਭਾਵ ਦੇਣਾ ਚਾਹੁੰਦੇ ਆ ਉਹ ਕਿ ਕਾਂਗਰਸ ਇਕੱਠੀ ਹੋ ਗਈ, ਯੂਨਾਈਟ ਹੋ ਗਈ ਜੀ। ਮਸਲਾ ਤਾਂ ਇਹ ਹੈ ਨਾ ਕਿ ਇਹ ਦੱਸਣਾ ਚਾਹੁੰਦੇ ਆ ਕਿ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਇਕੱਠੇ ਚੱਲਣਗੇ 2022 ਦੀ ਚੋਣ 'ਚ, ਜਿਹੜੀ ਸਾਰੀ ਕਾਂਗਰਸ ਯੂਨਾਈਟਿਡ ਹੋ ਕੇ ਲੜੇਗੀ ਜੀ। ਸਾਰੀ 1.5 ਮਹੀਨਾ ਹੋ ਗਿਆ ਐਕਸਰਸਾਈਜ਼ ਇਸ ਕਰਕੇ ਹੁੰਦੀ ਵੀ ਅਸੀਂ ਇਕੱਠੇ ਕਰਨੇ ਆ ਇਹਨਾਂ ਨੂੰ, ਤੇ ਜੇ ਉਹ ਇਸ ਤਰ੍ਹਾਂ ਹੀ ਸਿਰਫ ਪ੍ਰੈਸ ਰਿਲੀਜ਼ ਨਾਲ ਜਾਂ ਇਦਾਂ ਅਨਾਉਂਸਮੈਂਟ ਹੋ ਜਾਂਦੀ ਤਾਂ ਉਹ ਇੰਪੈਕਟ ਨਹੀਂ ਜਾਣਾ। ਸੋ ਕੋਈ ਇਹੋ ਜਿਹਾ ਤਰੀਕਾ ਵਰਤਣਗੇ ਉਹ ਅਨਾਉਂਸਮੈਂਟ ਦਾ, ਜੇ ਨਵਜੋਤ ਸਿੱਧੂ ਦੇ ਫੈਸਲਾ ਹੋ ਵੀ ਜਾਂਦਾ ਹੈ ਤਾਂ ਜਿਹਦੇ ਨਾਲ ਕਿ ਉਹ ਯੂਨਾਈਟਿਡ ਫੇਸ ਕਾਂਗਰਸ ਦਾ ਦਿਖਾ ਸਕਣ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਇੱਕ ਸਟੇਜ ਤੇ ਇਕੱਠੇ ਹੋ ਕੇ ਚੱਲ ਸਕਦੇ ਨੇ। ਇਸ ਤਰ੍ਹਾਂ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਹੋਏਗੀ। ਉਹਦੇ ਵਾਸਤੇ ਕਿਸ ਤਰ੍ਹਾਂ ਦਾ ਤਰੀਕਾ ਅਪਣਾਉਂਦੇ ਨੇ, ਉਹਨਾਂ ਨੂੰ ਦਿੱਲੀ ਬੁਲਾਉਂਦੇ ਨੇ, ਇਕੱਠੇ ਕਰਦੇ ਨੇ ਜਾਂ ਕੀ, ਮਤਲਬ ਇਹ ਨਹੀਂ ਅਜੇ ਕੁਝ ਕਿਹਾ ਜਾ ਸਕਦਾ। ਪਰ ਮੈਨੂੰ ਲੱਗਦਾ ਕਿ ਇਸ ਦਾ ਅਨਾਉਂਸਮੈਂਟ ਨਹੀਂ ਹੋਏਗੀ ਜਿਵੇਂ ਕਿ ਆਮ ਅਪਾਇੰਟਮੈਂਟ ਦੀ ਹੋ ਜਾਂਦੀ ਹੈ ਜੀ ਜੀ। ਸੁਨੀਲ ਜਾਖੜ ਦਾ ਜਾਣਾ ਤੈਅ ਹੈ, ਉਹ ਤਾਂ ਕੋਈ ਕਿੰਤੂ ਤਾਂ ਕਹੀ ਚੁੱਕੇ ਨੇ ਉਹ, ਕਿੰਤੂ ਪਰੰਤੂ ਸੁਨੀਲ ਜਾਖੜ ਵੀ ਇਸ ਗੱਲ ਵਾਸਤੇ ਪ੍ਰੀਪੇਅਰਡ ਨੇ, ਤਿਆਰ ਨੇ, ਤੇ ਇਹ ਵੀ ਸੰਭਾਵਨਾ ਹੈ ਕਿ ਉਹਨਾਂ ਨੂੰ ਕੋਈ ਦਿੱਲੀ 'ਚ ਕੋਈ ਅਹੁਦਾ ਜਿਹੜਾ AICC ਦੇ ਵਿੱਚ ਕੋਈ ਰੋਲ ਦਿੱਤਾ ਜਾਏਗਾ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੀ ਹੈ ਨਹੀਂ। ਉਹਨੇ ਆਪਣੇ ਹੋਰ ਜਿਹੜਾ ਹਲਕਾ ਉਹਦੇ 'ਚ ਵੀ ਆਪਣਾ ਭਤੀਜਾ ਤਿਆਰ ਕਰਕੇ ਉਸ ਨੂੰ ਇਲੈਕਸ਼ਨ ਲੜਾਉਣ ਦੀ ਤਿਆਰੀ ਹੈਗੀ ਉਹਨਾਂ ਦੀ। ਤੇ ਇਹ ਜਿਹੜੀ ਤੁਸੀਂ ਦੂਜਾ ਸਵਾਲ ਕੀਤਾ ਸੀ ਕਿ ਜਿਹੜੀ ਗਾਂਧੀ ਪਰਿਵਾਰ ਹੈ ਜੀ, ਵੀ ਕੀ ਉਹ ਇਸ ਗੱਲ ਤੇ ਇੱਕਮਤ ਹੈਗੇ ਸੀ ਕਿ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਤਾ ਜਾਂ ਲੀਡਰਸ਼ਿਪ ਸਾਰੀ ਉਹਨੂੰ ਹਵਾਲੇ ਕਰਤੀ ਜਾਵੇ ਜੀ? ਮੈਨੂੰ ਲੱਗਦਾ ਕਿ ਉੱਥੇ ਵੀ ਇਸ ਗੱਲ ਤੇ ਆਪਸੀ ਸਹਿਮਤੀ ਨਹੀਂ ਹੈਗੀ ਸੀ, ਜਾਂ ਉਹਨਾਂ ਦੀ ਪੂਰੀ ਇੱਕਮਤ ਨਹੀਂ ਹੈਗੇ ਸੀ ਉਹ, ਕਿਉਂਕਿ ਜਿਹੜਾ ਯੰਗ ਜਿਹੜਾ ਲੋਟ ਹੈ ਵੀ ਰਾਹੁਲ ਤੇ ਜਿਹੜੇ ਪ੍ਰਿਯੰਕਾ, ਉਹ ਨਵਜੋਤ ਸਿੱਧੂ ਦੇ ਹੱਕ ਸੀ। ਵੈਸੇ ਲੀਡਰਸ਼ਿਪ ਦਾ ਇਕੱਲਾ ਪੰਜਾਬ ਦਾ ਨਹੀਂ, ਰਾਜਸਥਾਨ, ਮੱਧ ਪ੍ਰਦੇਸ਼ ਤੇ ਹੋਰ ਸਟੇਟਾਂ 'ਚ ਵੀ ਇਹ ਟਸਲ ਚੱਲ ਰਹੀ ਹੈ, ਜਿਹੜੀ ਪੁਰਾਣੀ ਲੀਡਰਸ਼ਿਪ ਕਾਂਗਰਸ ਦੀ ਟ੍ਰੈਡੀਸ਼ਨਲ ਤੇ ਨਵੀਂ ਜੰਗ ਲੀਡਰਸ਼ਿਪ ਜੀ। ਤੇ ਇਸੇ ਰੱਟੇ 'ਚ ਉਹਨਾਂ ਨੇ ਪਹਿਲਾਂ ਮੱਧ ਪ੍ਰਦੇਸ਼ ਗਵਾ ਲਿਆ, ਆਪਣੇ ਜਿਹੜੇ ਯੰਗ ਲੀਡਰ ਜਿਹੜੇ BJP ਸ਼ਾਮਲ ਹੋ ਗਏ ਨੇ, ਤੇ ਰਾਜਸਥਾਨ 'ਚ ਵੀ ਪੰਗਾ ਪਿਆ ਉਹੀ ਇਸ ਤਰ੍ਹਾਂ ਦਾ, ਤੇ ਇੱਥੇ ਵੀ ਪੈ ਰਿਹਾ। ਹਾਲਾਂਕਿ ਇੱਥੇ ਕੈਪਟਨ ਅਮਰਿੰਦਰ ਸਿੰਘ ਦਾ ਔਰਾ ਵੱਖਰਾ ਸੀ, ਉਹ ਅਲੱਗ ਗੱਲ ਹੈ, ਕੈਪਟਨ ਅਮਰਿੰਦਰ ਸਿੰਘ ਦੇ ਨਾਂ ਨੂੰ ਚੋਣ ਲੜੀ ਗਈ ਸੀ ਪਿਛਲੀ ਜੀ। ਤੇ ਪਰ ਜਿਹੜੀ ਯੰਗ ਤੇ 올ਡ ਦਾ ਇਹ ਜਿਹੜਾ ਟਸਲ ਹੈ, ਜਿਹਦੇ 'ਚ ਰਾਹੁਲ ਜਾਂ ਪ੍ਰਿਯੰਕਾ, ਉਹ ਪਲੜਾ ਉਹਨਾਂ ਦਾ ਭਾਰੀ ਯੰਗ ਵੱਲ ਹੁੰਦਾ ਹੈ ਜੀ। ਤਾਂ ਇੱਥੇ ਵੀ ਇਹੀ ਹੈ ਕਿ ਉਹਨਾਂ ਦਾ ਜਿਹੜਾ ਕੋਸ਼ਿਸ਼ ਇਹ ਹੈ ਕਿ ਯੰਗ ਲੀਡਰਾਂ ਨੂੰ ਅੱਗੇ ਲਿਆਂਦਾ ਜਾਵੇ। ਤੇ ਮੈਨੂੰ ਤਾਂ ਇਹ ਲੱਗਦਾ ਕਿ ਜੇ ਪ੍ਰਿਯੰਕਾ ਤੇ ਰਾਹੁਲ ਦਾ ਵਸ ਚੱਲਦਾ ਤਾਂ ਸ਼ਾਇਦ ਉਹ ਚੀਫ ਮਿਨਿਸਟਰਸ਼ਿਪ ਨੂੰ ਹੀ ਰਿਪਲੇਸ ਕਰ ਦਿੰਦੇ। ਮੈਨੂੰ ਐਂ ਲੱਗਦਾ ਕਿ ਉਹਨਾਂ ਦੀ ਇੱਛਾ ਤਾਂ ਇਹ ਵੀ ਹੋਏਗੀ ਕਿ ਹੁਣ ਨਵਾਂ ਚਿਹਰੇ ਆਉਣ, ਨਵਾਂ ਸਭ ਕੁਝ ਹੋਵੇ। ਪਰ ਉਹ ਤਾਂ ਹੁਣ ਹਰੀਸ਼ ਰਾਵਤ ਇਹ ਗੱਲ ਕਹਿ ਚੁੱਕੇ ਨੇ, ਹੁਣ ਉਹਨਾਂ ਦੀ ਕਹਿਣ ਦੀ ਵਕਤ ਕਿੰਨੀ, ਉਹ ਕਹਿ ਚੁੱਕੇ ਨੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ। ਤੇ ਕਾਂਗਰਸ ਦੇ ਦੋ ਕੰਮ ਹੋਣਗੇ, ਇੱਕ ਕਾਂਗਰਸ ਦੇ ਜਿਹੜਾ ਪੰਜਾਬ ਕਾਂਗਰਸ ਦੇ ਵਿੱਚ ਰੱਦੋ ਬਦਲ ਹੋਏਗੀ, ਨਵਜੋਤ ਸਿੱਧੂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾਏਗੀ, ਦੂਜਾ ਕੈਬਨਿਟ ਦੇ ਵਿੱਚ ਰੀਸ਼ਫਲ ਹੋਏਗੀ, ਕੈਬਨਿਟ ਦੇ ਵਿੱਚ ਰੱਦੋ ਬਦਲ ਹੋਏਗੀ, ਪੰਜਾਬ ਕੈਬਨਿਟ ਦੇ ਨਵੇਂ ਚਿਹਰੇ ਜਦ ਆਉਣਗੇ ਜਾਂ ਕੁਝ ਉਹ ਮਤਲਬ ਅਦਲਾ ਬਦਲੀ ਹੋਏਗੀ। ਇਹ ਵੀ ਇਹ ਦੋ ਗੱਲਾਂ ਤਾਂ ਸਪਸ਼ਟ ਨੇ। ਪਰ ਨਵਜੋਤ ਸਿੱਧੂ ਨੂੰ ਅਹਿਮ ਜ਼ਿੰਮੇਵਾਰੀ ਦੇਣੀ ਹੈ ਤੇ ਉਹਦੇ ਵਾਸਤੇ ਬਚੇ ਹੀ ਇੱਕੋ ਰੋਲ ਹੈ
ਮਤਲਬ ਮੈਨੂੰ ਹੋਰ ਕੋਈ ਉਸ ਤਰ੍ਹਾਂ ਦੀ ਉਹਦੇ ਚ ਪ੍ਰਧਾਨਗੀ ਜੇ ਮਿਲਦੀ ਹੈ ਤਾਂ ਹੀ ਉਹ ਉਹਨਾਂ ਦੀ ਵੁਕਤ ਹੋਏਗੀ, ਤਾਂ ਹੀ ਉਹਦੀ ਕੰਪੇਨ ਚ ਵੁਕਤ ਹੋਏਗੀ, ਤਾਂ ਹੀ ਜਿਹੜੀ ਟਿਕਟਾਂ ਜਦੋਂ 2022 ਦੀਆਂ ਦੇਣੀਆਂ ਤਾਂ ਹੀ ਤੇ ਪ੍ਰਧਾਨਗੀ ਪ੍ਰਧਾਨ ਜਿਹੜਾ ਹੋਏਗਾ, ਜੇ ਪ੍ਰਧਾਨ ਸਰਗਰਮ ਹੋਏਗਾ, ਬਰਾਬਰ ਤੇ ਮੜਿਕਣਾ ਹੋਏਗਾ, ਤਾਂ ਉਹਦਾ ਇਮੇਜ ਜਿਹੜਾ ਜਾਂ ਉਹ ਪ੍ਰੋਜੈਕਸ਼ਨ ਵੀ ਉਹਦੀ ਇਹ ਹੋਵੇ ਵੀ ਨੈਕਸਟ ਚੀਜ਼ ਸੀਐਮ ਵੀ ਬਣ ਸਕਦਾ ਹੈ ਜੀ। ਸੋ ਨਵਜੋਤ ਸਿੱਧੂ ਵੀ ਵਿਸ਼ੇਸ਼ ਹੈਗੇ ਹੀ ਨਹੀਂ ਇਸ ਵਾਸਤੇ। ਠੀਕ ਹੈ। ਤੇ ਸੋ ਇਸ ਕਰਕੇ ਉਹ ਘੁੰਮ ਤਾਂ ਉੱਥੇ ਰਹੀ ਹੈ ਜਿਹੜੀ ਅੱਜ ਰਾਵਤ ਨੇ ਕਿਹਾ ਨਾ ਕਿ ਉਹਦੇ ਇਰਦ ਗਿਰਦ ਹੀ ਘੁੰਮਦੀ ਹੈ ਨਵਜੋਤ ਸਿੱਧੂ ਦੇ। ਜੀ। ਸੋ ਹੋਣਾ ਤਾਂ ਇਹੀ ਹੈ, ਪਰ ਕਿਸ ਤਰ੍ਹਾਂ ਹੁੰਦਾ ਕਿਵੇਂ ਹੁੰਦਾ ਹੈ ਇਹ ਅਜੇ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਰਿਐਕਸ਼ਨ ਜਿਹੜਾ ਉਹ ਕਿਵੇਂ ਸਹਿਮਤ ਹੁੰਦੇ ਨੇ, ਕਿਹੜੀਆਂ ਸ਼ਰਤਾਂ ਦੇ ਹੁੰਦੇ ਨੇ ਜੀ, ਜੇ ਹੁੰਦੇ ਵੀ ਨੇ ਸਹਿਮਤ ਤਾਂ ਕਿਹੜੀਆਂ ਸ਼ਰਤਾਂ ਦੇ ਹੁੰਦੇ ਨੇ ਉਹ ਤੁਸੀਂ ਪਹਿਲਾਂ ਅੱਜ ਜੀ ਜਿਹੜਾ ਤੁਸੀਂ ਇੱਕ ਗੱਲ ਕਹੀ ਆ ਪਹਿਲਾਂ ਕਿ ਜੇਕਰ ਇਸ ਤਰ੍ਹਾਂ ਸਿੱਧੂ ਦੇ ਅਹੁਦੇ ਦਾ ਐਲਾਨ ਕੀਤਾ ਜਾਂਦਾ, ਜੇਕਰ ਉਹਨਾਂ ਨੂੰ ਪ੍ਰਧਾਨ ਬਣਾ ਵੀ ਦਿੱਤਾ ਜਾਂਦਾ ਤਾਂ ਇੱਕ ਵੱਡਾ ਜਿਹੜਾ ਐਲਾਨ ਆ ਉਹ ਤਰੀਕੇ ਦੇ ਨਾਲ ਕੀਤਾ ਜਾਊਗਾ। ਇਹ ਨਹੀਂ ਕਿ ਇਸ ਤਰ੍ਹਾਂ ਮਾੜਾ ਮੋਟਾ ਜਿਹੜਾ ਮੀਡੀਆ ਦੇ ਵਿੱਚ ਛੋਟਾ ਜਿਹਾ ਬਿਆਨ ਦੇ ਦਿੱਤਾ ਜਾਵੇ ਜਾਂ ਸਿਰਫ ਇਸੇ ਤਰ੍ਹਾਂ ਅਨਅਧਿਕਾਰਤ ਬਿਆਨ ਜਿਹੜਾ ਉਹ ਆਪਾਂ ਕਹਿ ਲਈਏ। ਤਾਂ ਤੁਹਾਨੂੰ ਲੱਗਦਾ ਕਿ ਜਿਹੜਾ ਇੱਕ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਹਰੀਸ਼ ਰਾਵਤ ਤੇ ਨਵਜੋਤ ਸਿੰਘ ਸਿੱਧੂ ਨੂੰ ਫਟਕਾਰ ਵੀ ਸੋਨੀਆ ਗਾਂਧੀ ਦੇ ਵੱਲੋਂ ਲਗਾਈ ਗਈ ਹੈ, ਉਸ ਬਿਆਨ ਦੇ ਵਿੱਚ ਵੀ ਕਿਤੇ ਨਾ ਕਿਤੇ ਸੱਚਾਈ ਹੋਊਗੀ। ਇਹ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਬਿਆਨ ਦਿੱਤੇ ਹੈ ਜਾਂ ਹੁਣ ਤੱਕ ਫੇਸਬੁੱਕ ਤੇ ਜਾਂ ਟਵਿੱਟਰ ਦੇ ਉੱਤੇ ਕਈ ਪੋਸਟ ਉਹ ਪਾਉਂਦੇ ਰਹੇ ਹੈ, ਤਾਂ ਦੂਸਰੇ ਪਾਸੇ ਹਰੀਸ਼ ਰਾਵਤ ਦੇ ਬਿਆਨ ਨੂੰ ਆਧਾਰ ਬਣਾ ਕੇ ਕਿਹਾ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਨਾਂ ਦੇ ਉੱਤੇ ਮੋਹਰ ਲਗਾ ਦਿੱਤੀ ਗਈ ਹੈ, ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ। ਹਰੀਸ਼ ਰਾਵਤ ਨੇ ਬਿਆਨ ਜਿਹੜਾ ਉਹ ਪ੍ਰੈਸ ਦੇ ਵਿੱਚ ਉਹ ਦਿੱਤਾ, ਇੰਟਰਵਿਊ ਦਿੱਤੀ ਹੈ, ਤਾਂ ਉਸ ਚੀਜ਼ ਕਰਕੇ ਵਾਕਿਆ ਹੀ ਫਟਕਾਰ ਜਿਹੜੀ ਹੈ ਉਹ ਸੋਨੀਆ ਗਾਂਧੀ ਨੇ ਲਗਾਈ ਹੋਣੀ ਹੈ। ਦੇਖੋ ਮੈਨੂੰ ਇਹ ਤਾਂ ਨਹੀਂ ਪਤਾ ਕਿ ਮੈਨੂੰ ਲੱਗਦਾ ਤਾਂ ਹੈ ਜਿਹੜਾ ਉਹਨਾਂ ਨੇ ਕੱਲ ਆਪਣੇ ਬਿਆਨ ਤੋਂ ਬਦਲੇ ਆ, ਜਦੋਂ ਮੀਟਿੰਗ ਕਰਕੇ ਆਏ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਉਹਨਾਂ ਦਾ ਬਿਆਨ ਪਹਿਲੇ ਬਿਆਨ ਤੋਂ ਫਿਰੇ ਹੈ ਤੇ ਅੱਜ ਜੋ ਬਿਆਨ ਤੇ ਉਸ ਤੋਂ ਤਾਂ ਇਹ ਲੱਗਦਾ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਇਹ ਗੱਲ ਉਹਦੇ ਨੂੰ ਮਤਲਬ ਉਹਨਾਂ ਨੂੰ ਜੋ ਇਹ ਤਾੜਿਆ ਗਿਆ ਟੋਕਾ ਟੋਕੀ ਕੀਤੀ ਹੈ ਜਾਂ ਖਿਚਾਈ ਹੋਈ ਜਾਂ ਕਹਿ ਦਿਓ ਤੁਸੀਂ ਕੁਝ ਜੀ, ਇਹ ਗੱਲ ਤਾਂ ਹੋ ਸਕਦੀ ਲੱਗਦਾ ਹੈ। ਪਰ ਜੇ ਇਹ ਨਾ ਵੀ ਹੋਵੇ ਇਹ ਅਲੱਗ ਗੱਲ ਹੈ, ਪਰ ਮੈਨੂੰ ਲੱਗਦਾ ਕਿ ਜਿਹੜਾ ਹਰੀਸ਼ ਰਾਵਤ, ਮੈਂ ਆਪਣੇ ਕਮੈਂਟਸ ਦੇ ਵਿੱਚ 3-4 ਦਿਨ ਤੋਂ ਪਹਿਲਾਂ ਕਹਿ ਚੁੱਕਿਆ ਕਿ ਜਿਸ ਦਿਨ ਤੋਂ ਉਹਨਾਂ ਦੀ ਕਮੇਟੀ ਦੇ ਸਾਹਮਣੇ ਸੈਕੰਡ ਟਾਈਮ ਅਮਰਿੰਦਰ ਸਿੰਘ ਪੇਸ਼ ਹੋਏ ਸੀ ਔਰ ਜਿਸ ਦਿਨ ਉਹਨਾਂ ਨੇ ਬਰੀਫਿੰਗ ਕੀਤੀ ਹੈ ਕਮੇਟੀ ਦੀਆਂ ਮੀਟਿੰਗਾਂ ਖਤਮ ਕਰਕੇ ਹਰੀਸ਼ ਰਾਵਤ ਨੇ, ਉਸ ਦਿਨ ਵੀ ਜਿਹੜੀ ਉਹਨਾਂ ਦੀ ਬਰੀਫਿੰਗ ਸੀ ਜਿਹਦੇ 'ਚ ਉਹਨਾਂ ਨੇ ਕਿ ਅਸੀਂ 18 ਅਨੁਕਾਤੀ ਪ੍ਰੋਗਰਾਮ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ, ਇਹ ਜੀ 200 ਯੂਨਿਟ ਬਿਜਲੀ ਦਾ ਐਲਾਨ ਕਰਨਗੇ, ਪ੍ਰੈਸ ਕਰਨਗੇ ਤੇ ਸਾਡੇ ਜਿਹੜੇ ਆਹ ਮਾਈਨਿੰਗ ਦੇ ਦੂਜੇ ਤੀਜੇ ਇਸ਼ੂ ਹੈ ਜਿਹੜੇ ਹੁਣ ਹੱਲ ਕਰਨਗੇ, ਉਹ ਵੀ ਬਰਗਾੜੀ ਦੇ ਵਿੱਚ ਜਿੰਨੇ ਉਹਨਾਂ ਦਾ ਇਹ ਸਾਰੀ ਪ੍ਰੈਸ ਕਾਨਫਰੰਸ ਦਾ ਇੰਪ੍ਰੈਸ਼ਨ ਉਹਨਾਂ ਦਾ ਇਹ ਗਿਆ ਜਦੋਂ ਉਹ ਮੀਟਿੰਗ ਤੋਂ ਬਾਅਦ ਉਹਨਾਂ ਨੇ ਬਰੀਫਿੰਗ ਕੀਤੀ ਹੈ ਪਹਿਲੇ ਦਿਨ ਜਿੱਦੇ ਇਹ 18 ਅਨੁਕਾਤੀ ਪ੍ਰੋਗਰਾਮ ਦੀ ਗੱਲ ਕੀਤੀ ਹੈ ਉਹਨੇ, ਉਸ ਦਿਨ ਉਹ ਜਿਹੜਾ ਬਰੀਫਿੰਗ ਸੀ ਉਹਦੇ ਵੀ ਕਿੰਤੂ ਪਰੰਤੂ ਬਹੁਤ ਹੋਏ ਸੀ ਜੀ ਕਿ ਇੱਕ ਚੀਫ ਮਿਨਿਸਟਰ ਨੂੰ ਤੁਸੀਂ ਇਹ ਪਾਠ ਪੜ੍ਹਾ ਕੇ ਭੇਜ ਦਿਓ ਜਿਵੇਂ ਬੱਚਿਆਂ ਨੂੰ ਸਕੂਲ ਵਾਲੇ ਨੂੰ ਭੇਜਦਾ ਹੁੰਦਾ ਹੈ। ਤੇ ਮੈਂ ਉਸੇ ਦਿਨ ਇੱਥੇ ਆਪਣੇ ਮੇਰਾ ਕਮੈਂਟ ਕਿਤੇ ਰਿਕਾਰਡ ਹੋਣਾ ਹੈ, ਉਸੇ ਦਿਨ ਇਹ ਗੱਲ ਕਹਿਤੀ ਸੀ ਕਿ ਨਾ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਕਰਨਗੇ, ਨਾ 18 ਅਨੁਕਾਤੀ ਪ੍ਰੋਗਰਾਮ ਜਾਰੀ ਕਰਨਗੇ, ਨਾ ਉਹ 200 ਯੂਨਿਟ ਬਿਜਲੀ ਐਲਾਨ ਕਰਨਗੇ ਜੀ। ਮਤਲਬ ਉਹਨਾਂ ਦੀ ਇੱਕ ਤਰ੍ਹਾਂ ਦੀ ਚੀਫ ਮਿਨਿਸਟਰ ਦੀ ਉਹਨਾਂ ਨੇ ਮਤਲਬ ਹੇਠੀ ਕੀਤੀ ਸੀ, ਕਹਿ ਕੇ ਮਤਲਬ ਆਪ ਹੀ ਤੁਸੀਂ ਹਾਈ ਕਮਾਂਡ ਕਰੀ ਸਾਡੇ ਸੀਐਮ ਨੇ ਕੁਝ ਨਹੀਂ ਕੀਤਾ ਤੇ ਹੁਣ ਕਰੂਗਾ ਜੀ। ਪਹਿਲਾਂ ਤਾਂ ਉਹ ਬਿਆਨ ਵੀ ਬੜਾ ਆਪਣੀ ਦੇਖੋ ਉਹਨਾਂ ਦੀ ਇੰਟਰਨਲ ਪਾਰਟੀ ਮਾਮਲਾ ਜੋ ਮਰਜ਼ੀ ਬੋਲਣ, ਇੱਕ ਐਜ਼ ਏ ਪੋਲੀਟੀਕਲ ਅਬਜ਼ਰਵਰ ਤੇ ਕੋਈ ਇਸ ਤਰ੍ਹਾਂ ਦਾ ਜੇ ਹਾਈ ਕਮਾਂਡ ਹੀ ਆਪ ਕਹਿ ਰਹੀ ਹੈ ਵੀ ਸਾਡੇ ਸੀਐਮ ਨੇ ਹੁਣ ਤੱਕ ਤਾਂ ਕੀਤਾ ਨਹੀਂ ਹੁਣ ਕਰੂਗਾ ਜੀ, ਤੇ ਫਿਰ ਤੁਸੀਂ ਬਾਕੀਆਂ ਦਾ ਕੀ ਹੈ ਤੁਸੀਂ ਆਪ ਹੀ ਮੰਨ ਲਿਆ। ਬਿਲਕੁਲ। ਤੇ ਉਹ ਜਿਸ ਤਰ੍ਹਾਂ ਦਾ ਬਿਹਾਰ ਉਹਨਾਂ ਨੇ ਕੀਤਾ ਸੀ, ਉਹਨਾਂ ਨੇ ਦੇਖੋ ਕੋਈ ਨਾ ਪ੍ਰੈਸ ਕਾਨਫਰੰਸ ਕੀਤੀ, ਨਾ 18 ਅਨੁਕਾਤੀ ਪ੍ਰੋਗਰਾਮ ਹੈ ਕਿੱਥੇ ਉਹ ਇਹ ਵੀ ਨਹੀਂ ਪਤਾ, ਇਹ ਵੀ ਨਹੀਂ ਪਤਾ। ਸਹੀ ਹੈ। ਉਹਨਾਂ ਨੇ ਆ ਕੇ ਬਿਲਕੁਲ ਨਹੀਂ, ਨਵਜੋਤ ਸਿੱਧੂ ਨੇ ਜ਼ਿਕਰ ਜ਼ਰੂਰ ਕੀਤਾ ਇੱਕ ਵਾਰੀ ਬਿਲਕੁਲ, ਪਰ ਕੈਪਟਨ ਅਮਰਿੰਦਰ ਸਿੰਘ ਨੇ ਬਿਲਕੁਲ ਨਹੀਂ ਨਾ ਉਹਦਾ ਜ਼ਿਕਰ ਕੀਤਾ, ਨਾ 200 ਯੂਨਿਟ ਦਾ, ਨਾ ਪ੍ਰੈਸ ਕਾਨਫਰੰਸ ਕੀਤੀ, ਕੁਝ ਨਹੀਂ ਕੀਤਾ। ਕਿਉਂਕਿ ਮੈਨੂੰ ਲੱਗਦਾ ਮੈਨੂੰ ਇਹ ਆ ਵੀ ਉਹਨਾਂ ਨੇ ਇਸ ਗੱਲ ਨੂੰ ਮਾਈਂਡ ਕੀਤਾ ਤੇ ਉਹਨਾਂ ਨੇ ਕਿਹਾ ਵੀ ਚੰਗਾ ਤੁਸੀਂ ਆਪੇ ਹੀ ਕਰ ਲਓ ਫਿਰ ਮਤਲਬ ਜਿਵੇਂ ਮਤਲਬ ਇਸ ਤਰ੍ਹਾਂ ਦਾ ਹੀ। ਫਿਰ ਉਸ ਤੋਂ ਬਾਅਦ 3 ਦਿਨ ਪਹਿਲਾਂ ਇੰਡੀਅਨ ਐਕਸਪ੍ਰੈਸ ਨੂੰ ਇੰਟਰਵਿਊ ਦਿੱਤੀ ਉਹਨਾਂ ਨੇ, ਹਰੀਸ਼ ਰਾਵਤ ਨੇ ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇੰਟਰਵਿਊ, ਉਹਦੇ ਵਿੱਚ ਫਿਰ ਕਿਹਾ ਕਿ ਜੀ 2 ਕੰਮ ਹੋ ਰਹੇ ਆ, ਪ੍ਰਧਾਨ ਕਾਂਗਰਸ ਪ੍ਰਧਾਨ ਹੀ ਬਦਲਿਆ ਜਾ ਰਿਹਾ ਹੈ, ਰੀਸ਼ਫਲ ਹੋ ਰਹੀ ਹੈ, ਉਹਦੇ ਚ ਇੱਕ ਬਾਲਮਿਕੀ ਮਿਨਿਸਟਰ ਬਣੇਗਾ, ਇੱਕ ਆ ਹੋਏਗਾ। ਉਹ ਵੀ ਆਪਣੇ ਆਪ ਚ ਵੀ ਜਦੋਂ ਤੁਸੀਂ ਫੈਸਲਾ ਇਹ ਕਹਿ ਰਹੇ ਫੈਸਲਾ ਹੋਇਆ ਨਹੀਂ ਅਜੇ, ਐਲਾਨ ਸੋਨੀਆ ਨੇ ਕਰਨਾ ਹੈ, ਪਾਰਟੀ ਪ੍ਰੈਜ਼ੀਡੈਂਟ ਨੇ, ਤੁਸੀਂ ਪਹਿਲਾਂ ਹੀ ਕਰ ਰਹੇ ਹੋ,
ਫਿਰ ਤੀਜਾ ਫਿਰ ਆ ਜਿਹੜਾ ਅੱਜ ਤੱਕ ਨੂੰ ਇੰਟਰਵਿਊ ਦਿੱਤੀ ਜਿਹੜੀ ਉਹਨੇ, ਉਹਦੇ ਵਿੱਚ ਵੀ ਸਾਰਾ ਉਹ ਕਹਿਤਾ ਇਹਦੇ ਇਰਦ ਗਿਰਦ ਘੁੰਮਦੀ ਹੈ, ਤੇ ਉਸ ਤਰ੍ਹਾਂ ਦੀ ਇਹ ਵੀ ਕਹਿਤਾ ਵੀ 2 ਵਰਕਿੰਗ ਪ੍ਰਧਾਨ ਹੋਣਗੇ, ਇਹ ਵੀ ਕਹਿਤਾ। ਸੋ ਤੁਸੀਂ ਫੈਸਲੇ ਜਿਹੜੇ ਹਾਈ ਕਮਾਂਡ ਨੇ ਅਨਾਉਂਸ ਕਰਨੇ ਆ, ਤੁਸੀਂ ਪਹਿਲਾਂ ਹੀ ਜਾਂ ਤਾਂ 2 ਪਰਪਸ ਸੀਗੇ, ਜਾਂ ਤਾਂ ਉਹ ਮੱਥ ਕੇ ਲੀਕ ਕਰ ਰਹੇ ਸੀ ਤਾਂ ਕਿ ਇਹਦਾ ਰਿਐਕਸ਼ਨ ਦੇਖਾਈਏ ਜੀ, ਜਾਂ ਤਾਂ ਉਹਦੀ ਚੁਤਰਾਈ ਹੈ ਇਹਨਾਂ ਐਲਾਨ ਜਿਹੜੇ ਜੋ ਕੁਝ ਬੋਲੇ ਸੀ, ਤੇ ਜਾਂ ਉਹਨਾਂ ਦਾ ਜਿਹੜਾ ਅਨਾੜੀਪੁਣਾ, ਮਤਲਬ ਜਾਂ ਉਹਨਾਂ ਦੀ ਮਤਲਬ ਕੋਈ ਜਿਹੜੀ ਗੈਰ ਸਿਆਣਪ ਵਾਲੇ ਬਿਆਨ ਸੀ ਉਹ ਜੀ, ਤੇ ਉਹਨਾਂ ਦੀ ਕੁਦਰਤੀ ਤੌਰ ਤੇ ਜੇ ਤੁਸੀਂ ਪੰਜਾਬ ਦੇ ਲੀਡਰਾਂ ਨੂੰ ਤਾਂ ਕਹਿ ਰਹੇ ਹੋ ਨਾ ਤੁਸੀਂ ਬੋਲਣਾ ਨਹੀਂ, ਤੁਸੀਂ ਬਿਆਨਬਾਜ਼ੀ ਨਹੀਂ ਕਰਨੀ ਮੀਡੀਆ 'ਚ ਅੰਦਰੋਂ, ਹਾਲਾਂਕਿ ਉਹਦੇ ਬਾਵਜੂਦ ਕਿਸੇ ਨੇ ਮੰਨਿਆ ਕੋਈ ਨਹੀਂ ਹੈ ਉਹਨਾਂ ਦਾ ਕਹਿਣਾ। ਨਵਜੋਤ ਸਿੱਧੂ ਵੀ ਬੋਲਦੇ ਰਹੇ, ਹੋਰ ਵੀ ਬੋਲਦੇ ਰਹੇ ਆ, ਸਾਰੇ ਬੋਲਦੇ ਰਹੇ ਆ, ਤੇ ਮੰਨਿਆ ਕੁਛ ਨਹੀਂ ਕਿਸੇ ਨੇ, ਨਹੀਂ ਤੇ ਨਾ ਕਿਸੇ ਦੇ ਖਿਲਾਫ ਐਕਸ਼ਨ ਹੋਇਆ, ਤੇ ਆਪ ਤੁਸੀਂ ਬੋਲੀ ਜਾਂਦੇ ਹੋ ਜੀ। ਅੱਜ ਹੁਣ ਮੈਨੂੰ ਲੱਗਦਾ ਜਿਹੜੀ ਅੱਜ ਖਬਰਾਂ ਆਈਆਂ ਨੇ ਖਿਚਾਈ ਹੋਣੀ ਹੋਈ ਹੈ, ਹੋਣੀ ਹੈ, ਕਿਉਂਕਿ ਸੋਨੀਆ ਨਾਲ ਤਾਂ ਉਹਨਾਂ ਦੀ ਪਹਿਲੀ ਵਾਰੀ ਮੀਟਿੰਗ ਹੋਈ ਹੈ ਨਾ ਅੱਜ, ਉਸ ਤੋਂ ਪਹਿਲਾਂ ਤਾਂ ਰਾਹੁਲ ਨਾਲ ਤੇ ਉਹਨਾਂ ਦੀ ਹੁੰਦੀਆਂ ਰਹੀਆਂ, ਤੇ ਉਹ ਸੋਨੀਆ ਨਾਲ ਉਹ ਕੁਦਰਤੀ ਤੌਰ ਤੇ ਬਿਆਨ ਤਾਂ ਸਾਰੇ ਦੇਖਦੇ ਹੀ ਹੋਣੇ ਨਾ ਵੀ ਸਾਡਾ ਫੈਸਲਾ ਹੋਇਆ ਨਹੀਂ, ਮੇਰਾ ਫੈਸਲਾ ਹੋਇਆ ਨਹੀਂ ਪ੍ਰੈਜ਼ੀਡੈਂਟ ਦਾ, ਇਹ ਪਹਿਲੇ ਅਨਾਉਂਸਮੈਂਟ ਕਰੀ ਜਾਂਦੇ ਆਪਣੇ ਆਪ ਹੀ। ਇਹਨਾਂ ਦਾ ਕੰਮ ਤਾਂ ਇੰਨਾ ਸੀ ਵੀ ਤੁਸੀਂ ਰਿਪੋਰਟ ਦੇਣੀ ਸੀ, ਤੇ ਤੂੰ ਇੰਚਾਰਜ ਆ, ਰਿਪੋਰਟ ਦੇਣੀ ਸੀ, ਰਿਪੋਰਟ ਦੇ ਕੇ ਤੁਸੀਂ ਆਪਣਾ ਫੈਸਲਾ ਤਾਂ ਉੱਪਰ ਹੋਣਾ ਸੀ, ਤੇ ਉਹ ਫੈਸਲੇ ਸੁਣਾਈ ਜਾ ਰਿਹਾ ਸੀ। ਤੇ ਇਹਦਾ ਮਤਲਬ ਉਹ ਹੋ ਸਕਦਾ ਉਹਦੀ ਇੰਦਰਾ ਨੇ ਉਹਨੂੰ ਕਿਹਾ ਵੀ, ਤਾਂ ਹੀ ਅੱਜ ਉਹਨੇ ਕੱਲ ਵੀ ਤੇ ਅੱਜ ਵੀ ਦੋਨੇ ਦਿਨ ਹੀ ਉਹਨੇ ਕਿਹਾ ਨਹੀਂ ਜੀ ਜੋ ਉਹ ਕਰੂਗੇ ਮੈਂ ਤਾਂ ਆਪਣੀ ਨੋਟ ਦੇਣਾ ਸੀ ਦੇਤਾ। ਇਹ ਬਿਆਨ ਉਹਨਾਂ ਦਾ ਪਹਿਲਾਂ ਹੀ ਇਹ ਮਤਲਬ ਬਣਦਾ ਸੀਗਾ। ਸੋ ਹੁਣ ਪਤਾ ਨਹੀਂ ਵੀ ਅੰਦਰ ਕੀ ਹੋਇਆ ਹੋਏਗਾ ਕੀ ਨਹੀਂ, ਪਰ ਐਜ਼ ਏ ਪੋਲੀਟੀਕਲ ਅਬਜ਼ਰਵਰ, ਐਜ਼ ਏ ਜਿਹੜੇ ਅਸੀਂ ਜਰਨਲਿਸਟ ਦੇ ਤੌਰ ਤੇ ਅਸੀਂ ਸਾਰੇ ਲੀਡਰਾਂ ਦੇ ਬਿਹੇਵੀਅਰ ਜਦ ਉਹਨਾਂ ਦੇ ਬਿਆਨ ਸਾਨੂੰ ਦੇਖਦੇ ਹਾਂ, ਏਦਾਂ ਕਦੇ ਕਰਦਾ ਨਹੀਂ ਹੈ ਕੋਈ ਇੰਚਾਰਜ ਜਿਹੜਾ ਹੁੰਦਾ ਹੈ ਆਮ ਤੌਰ ਤੇ ਜੀ। ਕਿ ਪਾਰਟੀ ਦੇ ਵਿੱਚ ਕਿਸ ਨੂੰ ਅਹੁਦਾ ਮਿਲੇਗਾ ਨਹੀਂ ਮਿਲੇਗਾ ਉਹ ਕੁਝ ਸਮੇਂ ਦੇ ਵਿੱਚ ਕਹਿ ਸਕਦੇ ਹਾਂ, ਜਾਂ ਇੱਕ ਅੱਧੇ ਦਿਨ ਦੇ ਵਿੱਚ ਉਹ ਸਾਫ਼ ਹੋ ਜਾਊਗਾ। ਜੇ ਆਪਾਂ ਇਹ ਮੰਨ ਕੇ ਚੱਲੀਏ, ਚਲੋ ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਲੋਕਾਂ ਦੀ ਗੱਲ ਕਰਦੇ ਹਾਂ, ਨਵਜੋਤ ਸਿੰਘ ਸਿੱਧੂ ਲਗਾਤਾਰ ਇਹ ਆਖਦੇ ਰਹੇ ਕਿ ਮੈਂ ਪੰਜਾਬ ਦੇ ਨਾਲ ਖੜਾ, ਮੈਂ ਪੰਜਾਬੀਆਂ ਦੇ ਨਾਲ ਖੜਾ, ਮੈਂ ਪੰਜਾਬੀਅਤ ਵਾਸਤੇ ਖੜਾ, ਔਰ ਉਹਦੇ ਵਾਸਤੇ ਮੈਨੂੰ ਅਹੁਦਿਆਂ ਦੀ ਵੀ ਭੁੱਖ ਨਹੀਂ ਹੈ, ਉਹਦੇ ਵਾਸਤੇ ਮੈਨੂੰ ਆਪਣਾ ਆਪ ਨਿਸ਼ਾਵਰ ਕਰਨਾ ਪਿਆ ਮੈਂ ਉਹ ਵੀ ਕਰਾਂਗਾ, ਮੈਨੂੰ ਜੋ ਕੁਝ ਤਿਆਗਣਾ ਪਿਆ ਮੈਂ ਉਹ ਵੀ ਤਿਆਗਾਂਗਾ। ਠੀਕ ਹੈ, ਅੱਜ ਨਵਜੋਤ ਸਿੰਘ ਸਿੱਧੂ ਨੂੰ ਮੰਨ ਲਓ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਜਿਹੜਾ ਉਹ ਥਾਪ ਦਿੱਤਾ ਜਾਂਦਾ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਜਾਂਦਾ, ਜੋ ਕਿ ਲਗਭਗ ਸਾਫ਼ ਹੀ ਜਿਹੜਾ ਉਹ ਨਜ਼ਰ ਆ ਰਿਹਾ ਹੈ। ਤਾਂ ਫਿਰ ਕੀ ਲੱਗਦਾ ਕਿ ਪੰਜਾਬ ਦਾ ਜਿਹੜਾ ਇਸ ਦੇ ਨਾਲ ਭਲਾ ਹੋਊਗਾ, ਲੋਕਾਂ ਦਾ ਭਲਾ ਜਿਹੜਾ ਉਹ ਪੰਜਾਬ ਕਾਂਗਰਸ ਕਰ ਸਕਦੀ ਹੈ? ਕਿਉਂਕਿ ਜਿੰਨੇ ਵਾਅਦੇ ਇਹਨਾਂ ਨੇ ਸੱਤਾ ਤੋਂ ਪਹਿਲਾਂ ਕੀਤੇ ਸੀਗੇ 2017 ਦੀਆਂ ਚੋਣਾਂ ਦੇ ਵੇਲੇ, ਉਹਨਾਂ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਵਾਅਦੇ ਜਿਹੜੇ ਇਸ ਤਰ੍ਹਾਂ ਦੇ ਆ ਜੋ ਵਫਾ ਇਹ ਨਹੀਂ ਕਰ ਸਕੇ। ਲੋਕ ਹਾਲੇ ਵੀ ਕਹਿ ਰਹੇ ਆ ਕਿ ਸਾਡੇ ਨਾਲ ਇਹ ਸਿਰਫ ਲਾਰੇ ਜਿਹੜੇ ਲਾਏ ਗਏ ਸੀਗੇ, ਜਿਹੜੇ ਵਾਅਦੇ ਕੀਤੇ ਗਏ ਸੀ ਉਹ ਵਫਾ ਨਹੀਂ ਹੋਏ। ਉਹ ਚਾਹੇ ਨੌਕਰੀਆਂ ਦਾ ਮੁੱਦਾ ਹੋਵੇ, ਉਹ ਨਸ਼ਿਆਂ ਦੀ ਗੱਲ ਹੋਵੇ, ਉਹ ਕਰਜ਼ ਮੁਆਫੀ ਦੀ ਗੱਲ ਹੋਵੇ, ਉਹ ਸਮਾਰਟਫੋਨ ਦੀ ਗੱਲ ਹੋਵੇ, ਜਾਂ ਹੋਰ ਵੀ ਕਈ ਮੁੱਦੇ ਸੀ ਉਹਨਾਂ ਦੇ ਵਿੱਚ। ਮਾਫੀਆ ਨੂੰ ਖਤਮ ਕਰਨ ਵਾਲੀ ਗੱਲ ਸੀ, ਰਿਸ਼ਵਤਖੋਰੀ ਨੂੰ ਖਤਮ ਕਰਨ ਵਾਲੀ ਗੱਲ ਸੀ, ਔਰ ਇਹਨਾਂ ਦੇ ਵਿੱਚੋਂ ਕਈ ਵਾਅਦੇ ਤੇ ਇਸ ਤਰ੍ਹਾਂ ਦੇ ਸੀ ਜਿਹੜੇ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਸਹੁੰ ਖਾਧੀ ਗਈ ਕਿ ਇਹ ਜਿਹੜਾ ਇਹਨਾਂ ਚੀਜ਼ਾਂ ਦਾ ਅਸੀਂ ਖਾਤਮਾ ਕਰਾਂਗੇ ਜਾਂ ਇਹ ਚੀਜ਼ਾਂ ਪੈਦਾ ਕਰਾਂਗੇ ਅਸੀਂ। ਤਾਂ ਲੱਗਦਾ ਹੁਣ ਕਿ ਜਦੋਂ ਇਹ ਆਪਸ ਦੇ ਵਿੱਚ ਜੋ ਹੁਣ ਤੱਕ ਤਲਖੀ ਇਹਨਾਂ ਦੀ ਰਹੀ ਹੈ, ਜਦੋਂ ਇਹ ਰਲ ਕੇ ਕੰਮ ਕਰਨਗੇ, ਕਿਉਂਕਿ ਜੇਕਰ ਤਾਲਮੇਲ ਹੋਊਗਾ ਤਾਂ ਫਿਰ ਹੀ ਪਾਰਟੀ ਸਹੀ ਢੰਗ ਦੇ ਨਾਲ ਕੰਮ ਕਰ ਪਾਊਗੀ। ਜਾਂ ਫਿਰ ਕਹਿ ਲਈਏ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਜਾਂਦੇ ਆ ਤੇ ਮੁੱਖ ਮੰਤਰੀ ਦਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਹੋਣਗੇ, ਤਾਂ ਲੋਕ ਜਿਹੜੇ ਨੇ ਉਹ ਪਿਛਲੀਆਂ ਚੀਜ਼ਾਂ ਨੂੰ ਭੁੱਲ ਜਾਣਗੇ ਕਿ ਸਾਡੇ ਨਾਲ ਇਹਨਾਂ ਨੇ ਪਿਛਲੀ ਵਾਰ ਤੇ ਇਹ ਵਾਅਦੇ ਕੀਤੇ ਸੀ, ਹਾਲੇ ਤੱਕ ਉਹ ਤਾਂ ਵਫਾ ਕੀਤੇ ਨਹੀਂ ਗਏ, ਤੇ ਹੁਣ ਇਹ ਨਵੇਂ ਵਾਅਦੇ ਕਰਨ ਦੇ ਲਈ ਸਾਡੇ ਆ ਗਏ, ਭਾਵੇਂ ਉਹ ਨਵਜੋਤ ਸਿੰਘ ਸਿੱਧੂ ਹੀ ਕਿਉਂ ਨਾ ਹੋਣ। ਪਹਿਲੀ ਗੱਲ ਤਾਂ ਇਹ ਹੈ ਕਿ ਨਵਜੋਤ ਸਿੱਧੂ ਦੇ ਪ੍ਰਧਾਨ ਅਜੇ ਤਾਂ ਮਤਲਬ ਕੋਈ ਅਨਾਉਂਸਮੈਂਟ ਹੋਈ ਨਹੀਂ ਜੀ। ਕੈਪਟਨ ਅਮਰਿੰਦਰ ਸਿੰਘ ਚਿਹਰਾ ਹੋਣਗੇ 2022 ਦਾ, ਇਹ ਕਿਸੇ ਨੇ ਨਹੀਂ ਕਿਹਾ ਅਜੇ ਤੱਕ। ਨਹੀਂ, ਆਪਾਂ ਉਹੀ ਕਿਆਸ ਲਗਾ ਰਹੇ ਹਾਂ। ਕਿਆਸ ਮਤਲਬ ਇਹ ਰੌਲਾ ਇਹੀ ਹੈ ਨਾ, ਜੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਇਹਨਾਂ ਨੇ ਅਨਾਉਂਸ ਤਾਂ ਫੇਰ ਤਾਂ ਨਵਜੋਤ ਸਿੱਧੂ ਦਾ ਕੋਈ ਰੋਲ ਹੀ ਨਹੀਂ ਰਹਿ ਜਾਂਦਾ। ਬਿਲਕੁਲ, ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਉਣ ਵਾਸਤੇ ਥੋੜਾ ਪ੍ਰਧਾਨ ਬਣਨਗੇ। ਸੋ ਤਾਂ ਇਸ ਸ਼ਰਤ ਤੇ ਪ੍ਰਧਾਨ ਬਣਨਗੇ ਵੀ ਕਿਸੇ ਨੂੰ ਅਨਾਉਂਸ ਨਹੀਂ ਕੀਤਾ ਜਾਏਗਾ ਚਿਹਰਾ। ਤੇ ਬਿਲਕੁਲ ਇਹ ਹੈ ਵੀ ਜਦੋਂ ਨਵਜੋਤ ਸਿੱਧੂ ਪ੍ਰਧਾਨ ਬਣ ਗਏ, ਉਹਨਾਂ ਦਾ ਪਾਰਟੀ ਦਾ ਇੱਕ ਸੈਕਸ਼ਨ ਜਿਹੜਾ ਹੈ, ਪਾਰਟੀ ਦਾ ਇੱਕ ਕਾਫੀ ਯੰਗ ਸੈਕਸ਼ਨ ਦੂਜਾ ਜਿਹੜਾ ਹੈਗਾ, ਉਹ ਉਹਦੇ 'ਚ ਉਤਸ਼ਾਹਤ ਹੋਏਗਾ ਜ਼ਰੂਰ। ਉਹਦੇ 'ਚ ਜਿਹੜਾ ਤਬਦੀਲੀ ਦਾ ਰੌਂ ਜਿਹੜਾ ਹੋਏਗਾ,
ਤੇ ਉਹ ਇੱਕ ਵੱਖਰਾ ਕਿਸਮ ਦਾ ਮਾਹੌਲ ਬਣੇਗਾ, ਇਹ 'ਚ ਕੋਈ ਸ਼ੱਕ ਨਹੀਂ। ਨਵਜੋਤ ਸਿੱਧੂ ਮਾਸ ਲੀਡਰ ਨੇ, ਉਹਨਾਂ ਦੀ ਅਪੀਲ ਵੀ ਹੈਗੀ ਹੈ। ਬੇਸ਼ੱਕ ਉਹਨਾਂ ਦੀ ਜੋ ਪਹਿਲਾਂ ਅਪੀਲ ਉਹ ਹੈ ਨਹੀਂ ਜਿਹੜੀ ਜਿੰਨੀ ਪਹਿਲਾਂ ਅਪੀਲ ਸੀ ਉਹ ਨਹੀਂ ਹੈਗੀ ਹੁਣ ਇਸ ਵੇਲੇ ਤੱਕ, ਪਰ ਫਿਰ ਵੀ ਉਹਨਾਂ ਦੀ ਮਾਸ ਅਪੀਲ ਹੈ। ਨੌਜਵਾਨ ਜਿਹੜਾ ਵੋਟਰ ਹੈ ਅਟਰੈਕਟ ਹੁੰਦਾ ਉਹਦੇ ਵੱਲ, ਤੇ ਕਰਾਊਡ ਪੁੱਲਰ ਹੈਗੇ ਨੇ ਉਹ, ਠੀਕ ਹੈ ਨਾ, ਇਹ ਹੈਗਾ। ਪਰ ਹੁਣ ਤੱਕ ਜੋ ਮੈਨੂੰ ਇਹ ਲੱਗਦਾ ਕਿ ਇਸ ਗੱਲ ਤੇ ਤਾਂ ਰੱਟਾ ਅੱਗਾ ਹੀ ਪਏਗਾ। ਜੇ ਪ੍ਰਧਾਨ ਬਣ ਜਾਂਦੇ ਇਹ ਇਸ ਗੱਲ ਤੇ ਰੱਟਾ ਫੇਰ ਪਏਗਾ ਕਿ ਚਿਹਰਾ ਕਿਹਨੂੰ ਬਣਾਇਆ ਜਾਵੇ। ਤੇ ਜੇ ਹਾਈ ਕਮਾਂਡ ਇਹ ਫੈਸਲਾ ਕਰਦੀ ਹੈ, ਕਿਉਂਕਿ ਜੇ ਪ੍ਰਧਾਨ ਨਵਜੋਤ ਸਿੱਧੂ ਨੂੰ ਬਣਾ ਦਿੱਤਾ ਜਾਂਦਾ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਅਨਾਉਂਸ ਕਰਨਾ ਉਹਨਾਂ ਵਾਸਤੇ ਚਿਹਰਾ ਔਖਾ ਹੋਏਗਾ, ਕਿਉਂਕਿ ਫਿਰ ਪੰਗਾ ਪਏਗਾ ਉੱਥੇ। ਮਾਫ ਕਰਨਾ, ਇੱਕ ਸਵਾਲ ਮੈਂ ਇੱਥੇ ਪੁੱਛਣਾ ਚਾਹੁੰਦਾ, ਕੀ ਲੱਗਦਾ ਹੈ ਕਿ ਕਾਂਗਰਸ ਵਰਗੀ ਪਾਰਟੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਕੌਮੀ ਲੈਵਲ ਦੀ ਜਿਹੜੀ ਉਹ ਪਾਰਟੀ ਹੈਗੀ ਹੈ, ਤਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੋਊਗਾ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਪਹਿਲਾਂ ਐਲਾਨ ਨਾ ਕਰਨ ਔਰ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਜਿਹੜੀਆਂ ਚੋਣਾਂ ਲੜੀਆਂ ਜਾਣ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਕੋਈ ਹੋਰ ਐਲਾਨ ਦਿੱਤਾ ਜਾਵੇ? ਤੇ ਕੈਪਟਨ ਅਮਰਿੰਦਰ ਸਿੰਘ ਤਾਂ ਫਿਰ ਸਾਫ਼ ਗੱਲ ਹੈ ਕਿ ਬਾਗੀ ਜਿਹੜੇ ਨੇ ਉਹ ਹੋਣਗੇ, ਔਰ ਉਸ ਹਾਲਾਤਾਂ ਦੇ ਵਿੱਚ ਵੀ ਪਾਰਟੀ ਜਿਹੜੀ ਸਰਵਾਈਵ ਕਰ ਪਾਊਗੀ, ਸੌਖਾ ਹੋਊਗਾ ਇਹਨਾਂ ਲਈ? ਜੀ, ਕਿ ਕੈਪਟਨ ਨਵਜੋਤ ਸਿੱਧੂ ਚਾਹੁੰਦੇ ਨੇ ਮੈਨੂੰ ਪ੍ਰੋਜੈਕਟ ਕਰੋ ਸੀਐਮ ਦੇ ਵਾਸਤੇ। ਸਾਰਾ ਜਿਹੜੇ ਇਹ ਦਾਅਵੇ ਨਾ ਪੋਲੀਟੀਸ਼ੀਅਨਾਂ ਦੇ ਕਿ ਮੈਂ ਅਹੁਦੇ ਨਹੀਂ ਚਾਹੁੰਦਾ, ਮੈਂ ਕੁਰਸੀ ਨਹੀਂ ਚਾਹੁੰਦਾ, ਇਹ ਤਾਂ ਸਭ ਗੱਲਾਂ। ਕੋਈ ਪੋਲੀਟੀਸ਼ੀਅਨ ਕਾਹਦੇ ਵਾਸਤੇ ਪੋਲਿਟਿਕਸ ਚਾਹੁੰਦਾ ਹੈ? ਪੋਲੀਟੀਕਲ ਪਾਵਰ ਵਾਸਤੇ ਆਉਂਦਾ ਹੈ। ਪੋਲੀਟੀਕਲ ਪਾਵਰ ਨਹੀਂ ਹੋਊਗੀ ਤਾਂ ਉਹ ਨਵਜੋਤ ਸਿੱਧੂ ਕਿਵੇਂ ਆਪਣੇ ਜਿਹੜੇ ਜੇ ਇਹ ਗੱਲਾਂ ਕਹਿੰਦਾ ਲਾਗੂ ਕਰ ਆਹ ਕਰੋ ਕੌਣ ਕਰੂਗਾ ਜਿਹਦੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ? ਇਹ ਜਿਹੜੇ ਲੋਕਾਂ ਨੂੰ ਐਵੇਂ ਉੱਲੂ ਬਣਾਉਣ ਵਾਲੀ ਗੱਲ ਹੁੰਦੀ ਹੈ ਵੀ ਮੈਂ ਤਾਂ ਜੀ ਉਹ ਨਹੀਂ, ਮੈਨੂੰ ਅਹੁਦੇ ਦੀ ਨਹੀਂ ਹੈ, ਮੈਨੂੰ ਫਲਾਣੇ ਦੀ ਗੱਲ ਨਹੀਂ ਹੈ। ਇਹ ਪੋਲੀਟੀਕਲ ਪਾਵਰ ਪਿੱਛੇ ਹੀ ਪੋਲੀਟਿਕਸ ਚਾਹੁੰਦੇ ਆ। ਪੋਲੀਟੀਕਲ ਪਾਵਰ ਹੀ ਜਿਹੜਾ ਟੂਲ ਬਣਦੀ ਹੈ ਤੁਹਾਡੀ, ਇਹ ਜਿਹੜੇ ਤੁਸੀਂ ਐਲਾਨ ਕਰਦੇ ਹੋ, ਤੁਸੀਂ ਪ੍ਰੋਮਿਸ ਕਰਦੇ, ਤੁਹਾਡੇ ਆਈਡੀਅਲ ਜਿਹੜੇ ਹੈਗੇ ਜਾਂ ਤੁਸੀਂ ਮੋਟਿਵ ਤੁਸੀਂ ਅਨਾਉਂਸ ਕਰਦੇ ਵੀ ਉਹਨਾਂ ਨੂੰ ਪੂਰੇ ਕਰਨ ਦਾ ਪੋਲੀਟੀਕਲ ਪਾਵਰ ਰਹੇ ਆਊਗੀ ਤਾਂ ਤੁਸੀਂ ਕਰੋਗੇ ਨਾ। ਜੇ ਹੁਣ ਨਵਜੋਤ ਸਿੱਧੂ ਕਹਿ ਰਹੇ ਵੀ ਕੈਪਟਨ ਨੇ ਆਹ ਨਹੀਂ ਕੀਤਾ ਤੇ ਉਹ ਇਹੀ ਚਾਹੁੰਦੇ ਨੇ ਮੈਨੂੰ ਮੇਰੇ ਕੋਲ ਪਾਵਰ ਹੁੰਦੀ ਤਾਂ ਮੈਂ ਕਰ ਦੇਣੇ ਸੀਗੇ, ਇਹੀ ਉਹਨਾਂ ਦਾ ਕਹਿਣਾ ਹੈ ਨਾ। ਸੋ ਇੱਕ ਤਾਂ ਇਹ ਹੈਗੀ ਮਤਲਬ ਇਹ ਮਤਲਬ ਮਸਲਾ ਰੌਲਾ ਹੀ ਹੁਣ ਪ੍ਰਧਾਨਗੀ ਦਾ ਨਹੀਂ ਹੈਗਾ। ਹੁਣ ਵੀ ਰੌਲਾ ਹੀ ਇਹ ਹੈ ਵੀ ਪ੍ਰੋਜੈਕਟ ਕੌਣ ਹੋਵੇ, ਸੀਐਮ ਦਾ ਅਗਲਾ ਕੌਣ ਦਾਅਵੇਦਾਰ ਹੋਏਗਾ ਜਾਂ ਫੇਸ ਕੌਣ ਹੈ। ਵੈਸੇ ਕੋਈ ਐਡੀ ਗੱਲ ਹੈ ਨਹੀਂ, ਪਹਿਲਾਂ ਹਰਿਆਣੇ ਦੇ ਵਿੱਚ ਹੋਰ ਸਟੇਟਾਂ 'ਚ ਵੀ ਹੋ ਚੁੱਕਿਆ ਜਦੋਂ ਸੀਐਮ ਨਹੀਂ ਕੋਈ ਪ੍ਰੋਜੈਕਟ ਕੀਤਾ ਜਾਂਦਾ, ਇਸ ਤਰ੍ਹਾਂ ਦੀ ਚੋਣਾਂ ਵੀ ਇਹਨਾਂ ਨੇ ਲੜੀਆਂ ਨੇ। ਮਤਲਬ ਇਹ ਕੋਈ ਮਤਲਬ ਪਹਿਲੀ ਵਾਰੀ ਨਹੀਂ ਹੋ ਰਿਹਾ ਇਹ, ਪਰ ਅਜੇ ਤੱਕ ਇਹਦੇ ਬਾਰੇ ਕੋਈ ਕਲੈਰਿਟੀ ਨਹੀਂ ਹੈਗੀ। ਹੋ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੀ ਕੰਡੀਸ਼ਨ ਲਾਈ ਹੋਵੇ ਉਹਨਾਂ ਨੇ ਵੀ ਜੇ ਇਹਨੂੰ ਪ੍ਰਧਾਨ ਬਣਾਓ ਤਾਂ ਮੈਨੂੰ ਇਹ ਸੀਐਮ ਦਾ ਚਿਹਰਾ ਮੈਨੂੰ ਹੀ ਅਨਾਉਂਸ ਕਰਨਾ ਪਏਗਾ, ਇਹ ਵੀ ਹੋ ਸਕਦਾ ਹੈ। ਪਰ ਅਜੇ ਤੱਕ ਕਲੈਰਿਟੀ ਨਹੀਂ ਹੈ ਇਹਦੇ ਬਾਰੇ, ਅਜੇ ਤੱਕ ਕੋਈ ਨਹੀਂ। ਹਾਂ, ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕੱਲ ਬਿਆਨ ਦਿੱਤਾ ਜਦੋਂ ਰਵੀਨ ਠੁਕਰਾਲ ਨੇ ਕੀਤਾ ਵੀ ਮੈਂ ਲੀਡ ਕਰੂੰਗਾ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਆਪਣੀ ਉਹਨਾਂ ਦੀ ਇੱਛਾ ਵੀ ਹੈ, ਰਾਏ ਵੀ ਹੈ, ਐਲਾਨ ਵੀ ਹੈ, ਪਰ ਹਾਈ ਕਮਾਂਡ ਦਾ ਕੋਈ ਅਜੇ ਤੱਕ ਫੈਸਲਾ ਨਹੀਂ ਹੈ। ਹਾਂ, ਉਹਦੇ 'ਚ ਇਹ ਜਿਹੜਾ ਕੰਟਰਡਿਕਸ਼ਨ ਇਹ ਹੈ, ਆਪਾ ਵਿਰੋਧ ਇਹ ਹੈ, ਨਵਜੋਤ ਸਿੱਧੂ ਪ੍ਰਧਾਨ ਬਣ ਜਾਂਦੇ ਨੇ, ਕੰਪੇਨ ਜਦੋਂ ਇਕੱਠੀ ਹੋਣੀ ਹੈ ਇਲੈਕਸ਼ਨ ਦੀ ਤਾਂ ਨਵਜੋਤ ਸਿੱਧੂ ਕੀ ਕਹਿਣਗੇ ਲੋਕਾਂ ਨੂੰ ਜਾ ਕੇ? ਕੈਪਟਨ ਅਮਰਿੰਦਰ ਸਿੰਘ ਤੇ ਉਹ ਇਕੱਠੇ ਸਟੇਜ ਤੇ ਹੋਣਗੇ ਜੀ, ਤਾਂ ਨਵਜੋਤ ਸਿੱਧੂ ਜਿਹੜੇ ਹੁਣ ਤੱਕ ਪਿਛਲੇ 6 ਮਹੀਨਿਆਂ ਤੋਂ ਕਿ ਵੀ ਇਹ ਸਰਕਾਰ ਨੇ ਕੁਝ ਨਹੀਂ ਕੀਤਾ, ਇਹ ਚੀਫ ਮਿਨਿਸਟਰ ਜਿਹੜੇ ਇੱਕ ਨਾਕਾਬਲ ਨੇ, ਇਹਨਾਂ ਨੇ ਇਹ ਬਾਦਲਾਂ ਨੇ ਮਿਲੇ ਹੋਏ ਨੇ, ਰਾਜ ਬਾਦਲਾਂ ਦਾ ਮਾਫੀਆ ਰਾਜ ਚੱਲਦਾ ਰਿਹਾ ਹੈ। ਬਿਲਕੁਲ, ਇਹ ਸਾਰਾ ਕੁਝ ਨਾ ਬੇਅਦਬੀ ਦੇ ਇਨਸਾਫ ਹੋਇਆ, ਨਾ ਬਿਜਲੀ ਦੇ ਝੂਠੇ ਰੱਦ ਹੋਏ, ਉਹ ਸਾਰੀ ਵੀ ਇਸ ਕਾਂਗਰਸ ਸਰਕਾਰ ਨੇ, ਇਸ ਚੀਫ ਮਿਨਿਸਟਰ ਨੇ ਕੁਝ ਨਹੀਂ ਕੀਤਾ। ਉਹ ਸਾਰਾ ਉਹਨਾਂ ਦਾ ਤੋੜਾ ਇਸ ਗੱਲ ਤੇ ਝੜਿਆ ਹੋਇਆ ਜੀ। ਤੇ ਜਦੋਂ ਹੁਣ ਲੋਕਾਂ ਕੋਲ ਜਾਣਗੇ ਉਹ ਇਸੇ ਸਰਕਾਰ ਦੌਰਾਨ ਤਾਂ ਕੀ ਦੱਸਣਗੇ ਵੀ ਕਿਉਂ ਸਾਨੂੰ ਵੋਟਾਂ ਦਿਓ? ਹਾਂ, ਬਿਲਕੁਲ, ਇਹ ਗੱਲ ਠੀਕ ਹੈ ਤੁਹਾਡੀ। ਇਹ ਆ ਵੀ ਅਸੀਂ ਹੁਣ ਤੱਕ ਤਾਂ ਨਹੀਂ ਕੀਤਾ, ਅਗਲੀ ਵਾਰੀ ਕਰਾਂਗੇ। ਹਾਂਜੀ ਹਾਂਜੀ। ਤੇ ਲੋਕ ਸਵਾਲ ਕਰਨਗੇ ਵੀ ਫਿਰ ਤੁਸੀਂ, ਮੈਂ ਜਿਹੜੀ ਕੱਲ ਰਾਤ ਅਸੀਂ ਲਾਈਵ ਕੀਤਾ ਸੀ ਜਦੋਂ ਹੋਰ ਰੰਧਾਵੇ ਦੇ ਘਰ ਸੀਗੇ, ਨਿਕਲੇ ਉੱਥੋਂ, ਤੇ ਉਸ ਤੋਂ ਬਾਅਦ ਮੈਂ ਆਪਣੀ ਕਮੈਂਟਰੀ ਵੀ ਕੀਤੀ ਤੇ ਉਹਦੇ ਮੈਂ ਫੇਸਬੁੱਕ ਤੇ ਕਾਫੀ ਉਹਨੂੰ ਰਿਸਪੌਂਸ ਮਿਲਿਆ ਤੇ ਫੇਸਬੁੱਕ ਤੇ ਮੈਂ ਕਮੈਂਟ ਦੇਖ ਰਿਹਾ ਸੀ ਜੀ, ਤੇ ਉੱਥੇ ਬੜੀ ਵੱਡੀ ਮਤਲਬ ਗਿਣਤੀ 'ਚ ਕਮੈਂਟ ਇਹ ਸੀ, ਇਹੀ ਸਵਾਲ ਕਰ ਰਹੇ ਸੀ ਲੋਕ ਵੀ ਤੁਸੀਂ ਫਿਰ ਹੁਣ ਕੀ ਕਰੋਗੇ ਜੀ।
मतलब ये बड़ा प्रैक्टिकल क्वेश्चन है कि 3 महीने रह गए ਜਿਹੜੀ ਸਰਕਾਰ ਦੇ ਫੰਕਸ਼ਨਿੰਗ ਦੇ, ਐਕਚੁਅਲ ਫੰਕਸ਼ਨਿੰਗ ਦੇ, ਕਿਉਂਕਿ ਨਵੰਬਰ 'ਚ ਤਾਂ ਨਵੰਬਰ 3-4 ਮਹੀਨੇ ਨਵੰਬਰ 'ਚ ਤਾਂ ਸਾਰੀ ਸ਼ੁਰੂ ਹੋ ਜਾਂਦੀ ਹੈ, ਸਾਰੀ ਇਲੈਕਸ਼ਨ ਕਮਿਸ਼ਨ ਹੈ ਕੰਟਰੋਲ ਕਰ ਲੈਂਦਾ। ਜੇ ਫਰਵਰੀ ਚੋਣ ਹੋਣੀ ਹੈ ਤਾਂ ਨਵੰਬਰ ਦਸੰਬਰ ਤਾਂ ਹੋ ਹੀ ਜਾਂਦਾ ਹੈ। ਤੇ ਇਸ ਕੀ 3 ਮਹੀਨਿਆਂ 'ਚ ਸਾਰਾ ਕੁਝ ਪੂਰਾ ਹੋ ਜਾਏਗਾ ਉਹ, ਤੇ ਫਿਰ ਨਵਜੋਤ ਸਿੱਧੂ ਕਹਿੰਗੇ ਦੇਖੋ ਜੀ ਅਸੀਂ ਤਾਂ ਕਰਤਾ ਤੇ ਹੁਣ ਸਾਨੂੰ ਵੋਟਾਂ ਦਿਓ। ਤੇ ਹੁਣ ਜਿਹੜੀ ਸਰਕਾਰ ਨੂੰ ਉਹ ਇਹ ਕਹਿੰਦਾ ਰਿਹਾ ਵੀ ਇਸ ਸਰਕਾਰ ਨੇ ਪਰਫਾਰਮੈਂਸ ਨਹੀਂ ਹੈ, ਗਵਰਨੈਂਸ ਨਹੀਂ ਕੀਤੀ ਇਸਨੇ, ਤੇ ਇਸ ਚੀਫ ਮਿਨਿਸਟਰ ਜਿਹੜਾ ਵੀ ਐਜ਼ ਹੋਮ ਮਿਨਿਸਟਰ ਵੀ ਇਹ ਫੇਲ ਸਾਬਤ ਹੋਇਆ, ਐਜ਼ ਚੀਫ ਮਿਨਿਸਟਰ ਵੀ ਫੇਲ ਸਾਬਤ, ਉਹ ਸਾਰਾ ਰਿਫਲੈਕਸ਼ਨ ਉਹਦਾ ਇਹ ਸੀ। ਤੇ ਹੁਣ ਉਹ ਇਕੱਠੇ ਹੋ ਕੇ ਕੀ ਕਹਿ ਕੇ ਵੋਟਾਂ ਮੰਗਣਗੇ? ਇਹ ਕੰਟਰਾਡਿਕਸ਼ਨ, ਇਹ ਸਵਾਲ ਬਹੁਤ ਵੱਡਾ ਹੈਗਾ ਜੀ ਕਿ ਉਹ ਕਿਵੇਂ ਰਿਜ਼ੋਲਵ ਹੋਏਗੀ ਇਹ ਕੰਟਰਾਡਿਕਸ਼ਨ। ਪ੍ਰਧਾਨ ਬਣ ਵੀ ਜਾਂਦੇ, ਪ੍ਰਧਾਨ ਬਣ ਕੇ ਇਕੱਠੇ, ਆਫਟਰ ਆਲ ਜੇ ਕੈਪਟਨ ਅਮਰਿੰਦਰ ਸਿੰਘ ਸੀਐਮ ਨੇ ਇਹ ਐਲਾਨ ਕਰ ਚੁੱਕੇ ਨੇ, ਹਰੀਸ਼ ਰਾਵਤ ਵੀ ਹੋਰ ਸੀਐਮ ਰਹਿਣਗੇ, ਜਾਂ ਤਾਂ ਇੱਕ ਪੋਜੀਸ਼ਨ ਇਹ ਹੁੰਦੀ ਨਾ ਵੀ ਸੀਐਮਸ਼ਿਪ ਤੋਂ ਇਹਨੂੰ ਹਟਾਉਂਦੇ, ਫਿਰ ਤਾਂ ਹੋਰ ਗੱਲ ਸੀ। ਫਿਰ ਤਾਂ ਉਹ ਕਹਿੰਦੇ ਵੀ ਜੋ ਨਹੀਂ ਕੀਤਾ ਉਹ ਅਮਰਿੰਦਰ ਸਿੰਘ ਨੇ ਨਹੀਂ ਕੀਤਾ, ਹੁਣ ਅਸੀਂ ਸਾਡੇ ਨਵੇਂ ਬੰਦੇ ਲਾ ਦੇਣ, ਹੁਣ ਇਹ ਕਰਨਗੇ। ਹਾਂ, ਉਹ ਤੁਹਾਡੀ ਗੱਲ ਠੀਕ ਹੈ, ਜਾਂ ਤਾਂ ਇਹ ਪੋਜੀਸ਼ਨ ਹੁੰਦੀ ਜੀ ਜੀ। ਹੁਣ ਇਹ ਇਕੱਠੇ ਹੋ ਕੇ ਕਿਵੇਂ ਕਰਨਗੇ? ਕੰਟਰਾਡਿਕਸ਼ਨ ਨੂੰ ਕਿਵੇਂ ਰਿਜ਼ੋਲਵ ਹੋਏਗੀ ਇਹ? ਇੱਕ ਤਾਂ ਇਹ ਮੈਨੂੰ ਮਤਲਬ ਔਖਾ ਲੱਗਦਾ। ਦੂਜਾ ਫਿਰ ਜਦੋਂ ਜੇ ਉਹ ਸੀਐਮ ਦਾ ਚਿਹਰਾ ਕੌਣ ਹੋਏਗਾ? ਜੇ ਕੋਈ ਵੀ ਨਹੀਂ ਚਿਹਰਾ ਹੁੰਦਾ ਤਾਂ ਵੀ ਟੱਸਲ ਚੱਲਦੀ ਰਹੇਗੀ। ਕੈਪਟਨ ਅਮਰਿੰਦਰ ਸਿੰਘ ਕਹਿਣਗੇ ਮੇਰੇ ਮੈਜੋਰਟੀ ਹੋਣ ਬੰਦੇ, ਨਵਜੋਤ ਸਿੱਧੂ ਚਾਹਣਗੇ ਮੇਰੇ ਟਿਕਟਾਂ ਵੱਧ ਮਿਲਣ, ਮੇਰੇ ਬੰਦੇ ਆਉਣ, ਤੇ ਫਿਰ ਉਦੋਂ ਤੱਕ ਚੋਣ ਤੱਕ ਕੈਪਟਨ ਅਮਰਿੰਦਰ ਸਿੰਘ ਸੀਐਮ ਨੇ, ਸਾਧਨ ਉਹਨਾਂ ਕੋਲ ਨੇ, ਫੈਸਲੇ ਉਹਨਾਂ ਨੇ ਕਰਨੇ ਨੇ, ਤੇ ਜਿਹੜੀਆਂ ਪੋਸਟਾਂ ਅਪਾਇੰਟਮੈਂਟ ਸਾਰਾ ਕੁਝ ਉਹ ਫੰਡ ਦੇਣੇ ਉਹ ਉਹਨਾਂ ਨੇ ਦੇਣੇ ਨੇ। ਤੇ ਨਵਜੋਤ ਸਿੱਧੂ ਦਾ ਉਹਦੇ 'ਚ ਕੀ ਰੋਲ ਹੋਏਗਾ? ਮਤਲਬ ਇਹ ਵੀ ਕੁਐਸਚਨ ਹੈਗੇ ਨੇ। ਸੋ ਇਹ ਗੱਲ ਮਤਲਬ ਜੇ ਪ੍ਰਧਾਨ ਬਣਾ ਵੀ ਤੇ ਜਾਂਦੇ ਨੇ ਤਾਂ ਐਡਾ ਸੌਖਾ ਨਹੀਂ ਹੈਗਾ। ਇਹ ਜਿਹੜੀਆਂ ਕੰਟਰੀਆਂ 'ਚ ਫਿਰ ਆਪਸ ਜਿਹੜੀਆਂ ਫਿੱਕ ਪੈ ਚੁੱਕਿਆ, ਧੜੇ ਬਣ ਚੁੱਕੇ ਨੇ, ਉਹਨਾਂ ਨੂੰ ਕਿਵੇਂ ਇਕੱਠੇ ਹੋਣਗੇ ਉਹ? ਇਹ ਸਵਾਲ ਬਹੁਤ ਪ੍ਰੈਕਟੀਕਲੀ ਵੱਡੇ ਨੇ। ਤੇ ਇਸ 1.5 ਮਹੀਨੇ 'ਚ ਜੋ ਕਾਂਗਰਸ ਦਾ ਡੈਮੇਜ ਹੋ ਚੁੱਕਿਆ, ਕਾਂਗਰਸ ਨੂੰ ਇੱਕ ਦੂਜੇ ਦੇ ਪੋਤੜੇ ਫਰੋਲ ਚੁੱਕੀ ਹੈ ਨੇ ਕਾਂਗਰਸੀ ਆਪਸ 'ਚ, ਉਹ ਕੌਣ ਕਵਰ ਕਰੇਗਾ? ਇਹ ਵੱਡੇ ਸਵਾਲ ਜਿਹੜੀਆਂ ਨੇ ਉਹ ਵੱਡੀਆਂ ਹੋਣਗੀਆਂ ਪਾਰਟੀ ਦੇ ਲਈ ਵੀ, ਔਰ ਨਾਲ ਦੀ ਨਾਲ ਹੀ ਜੋ ਚਿਹਰੇ ਜਾਂ ਫਿਰ ਅਹੁਦਿਆਂ ਦੇ ਉੱਤੇ ਵਿਰਾਜਮਾਨ ਹੋਣਗੇ ਉਹਨਾਂ ਦੇ ਲਈ ਵੀ ਚੁਣੌਤੀਆਂ ਜਿਹੜੀਆਂ ਬਹੁਤ ਵੱਡੀਆਂ ਹੋ ਜਾਣੀਆਂ, ਕਿਉਂਕਿ ਲੋਕ ਜਿਹੜੇ ਨੇ ਉਹ ਹੁਣ ਸਾਰੀਆਂ ਪਾਰਟੀਆਂ ਨੂੰ ਹੀ ਪਿੰਡਾਂ ਦੇ ਵਿੱਚ ਪਹਿਲੀ ਗੱਲ ਤਾਂ ਵੜਨ ਨਹੀਂ ਦੇ ਰਹੇ, ਔਰ ਜਿਹੜੇ ਹੁਣ ਸੱਤਾ ਦੇ ਉੱਤੇ ਕਾਬਜ ਨੇ ਉਹਨਾਂ ਨੇ ਜਦੋਂ ਦੁਬਾਰਾ ਵੋਟਾਂ ਮੰਗਣ ਦੇ ਲਈ ਜਾਣਾ ਤਾਂ ਫਿਰ ਉਹਨਾਂ ਨੂੰ ਸਵਾਲ ਜਿਹੜੇ ਆ ਉਹ ਹੋਰ ਵੀ ਵੱਡੇ ਹੋ ਜਾਣਗੇ। ਹਾਂ, ਜਿਹਦੇ ਜਵਾਬ ਮੈਨੂੰ ਲੱਗਦਾ ਸ਼ਾਇਦ ਬਹੁਤੇ ਸਿਆਸਤਦਾਨਾਂ ਦੇ ਕੋਲੇ ਹੋਣ ਵੀ ਨਾ। ਆਪਾਂ ਪਾਰਟੀ ਦੀ ਗੱਲ ਜਿਹੜੀ ਆ ਉਹ ਅੰਦਰ ਵਿਵਾਦ, ਜੇਕਰ ਸਿੱਧੂ ਨੂੰ ਚਲੋ ਪ੍ਰਧਾਨ ਬਣਾਉਂਦੇ ਆ ਤਾਂ ਉਸ ਤੋਂ ਬਾਅਦ ਜਿਹੜੇ ਬਾਗੀ ਧੜੇ ਸੀਗੇ ਜਾਂ ਸਿੱਧੂ ਤੋਂ ਜਿਹੜੇ ਬਾਗੀ ਹੋ ਕੇ ਚੱਲਦੇ ਸੀ ਜਾਂ ਕੈਪਟਨ ਵਾਲੇ ਧੜੇ ਦੇ ਲੋਕ ਆ, ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਲਈ ਕਿੰਨਾ ਕੁ ਆਸਾਨ ਹੋਊਗਾ ਜਿਹੜਾ ਸਿੱਧੂ ਦੇ ਨਾਲ ਰਲ ਕੇ ਚੱਲਣਾ ਜਾਂ ਸਿੱਧੂ ਦੀ ਗੱਲ ਨੂੰ ਸੁਣਨਾ, ਕਿਉਂਕਿ ਪਾਰਟੀ ਪ੍ਰਧਾਨ ਦੀ ਗੱਲ ਤਾਂ ਫਿਰ ਸੁਣਨੀ ਪੈਂਦੀ ਹੈ ਚਾਹੇ ਕੋਈ ਵੀ ਉਸ ਅਹੁਦੇ ਦੇ ਉੱਤੇ ਬੈਠਾ ਹੋਵੇ। ਪਰ ਉਸ ਤੋਂ ਪਹਿਲਾਂ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਜਿਹੜੀ ਆ ਉਹ ਲੱਗਦੇ ਹੱਥ ਕਰ ਲਈਏ, ਕਿਉਂਕਿ ਇੱਕ ਪਾਸੇ ਜਿੱਥੇ ਇਸ ਪਾਰਟੀ ਦਾ ਰੌਲਾ ਚੱਲ ਰਿਹਾ ਕਾਂਗਰਸ ਦਾ, ਤਾਂ ਉਧਰ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਪੱਬਾ ਭਾਰ ਇਸ ਕਰਕੇ ਆ ਵੀ ਹੁਣ ਸਾਰੀਆਂ ਪਾਰਟੀਆਂ ਨੂੰ ਦਲਿਤ ਚਿਹਰੇ ਵੀ ਦਿਸਣ ਲੱਗ ਪਏ ਆ, ਹਿੰਦੂ ਚਿਹਰੇ ਵੀ ਦਿਸਣ ਲੱਗ ਪਏ ਆ, ਔਰ ਕਿਤੇ ਨਾ ਕਿਤੇ ਫਿਰ ਉਹ ਧਰਮਾਂ ਵਾਲੀ ਰਾਜਨੀਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਭਾਰੂ ਹੋਣ ਲੱਗ ਪਈ ਹੈ। ਕੋਈ ਕਹਿੰਦਾ ਕਿ ਅਸੀਂ ਡਿਪਟੀ ਸੀਐਮ ਜਿਹੜੇ ਆ ਉਹ 2 ਬਣਾ ਦਿਆਂਗੇ, ਕੋਈ ਕਹਿੰਦਾ ਕਿ ਅਸੀਂ ਪ੍ਰਧਾਨ ਦੇ ਨਾਲ 2 ਅਹੁਦੇ ਮੀਤ ਪ੍ਰਧਾਨ ਦੇ ਹੋਰ ਜੋੜ ਦਿਆਂਗੇ, ਕੋਈ ਕਹਿੰਦਾ ਕਿ ਅਸੀਂ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੋ ਸਕਦਾ ਕਿ ਉਹ ਦਲਿਤ ਐਲਾਨ ਦੀਏ। ਇਸ ਤਰ੍ਹਾਂ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸਬਜ਼ ਬਾਗ ਜਿਹੜੇ ਆ ਉਹ ਦਿਖਾਏ ਜਾ ਰਹੇ ਆ ਕਿਤੇ ਨਾ ਕਿਤੇ ਪਾਰਟੀਆਂ ਦੇ ਵੱਲੋਂ ਲੋਕਾਂ ਨੂੰ। ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਅਸੀਂ 2 ਜਿਹੜੇ ਆ ਉਹ ਡਿਪਟੀ ਮੁੱਖ ਮੰਤਰੀ ਦੇ ਚਿਹਰੇ ਲਾਵਾਂਗੇ, ਉਹਨਾਂ ਦੇ ਵਿੱਚ ਇੱਕ ਦਲਿਤ ਭਾਈਚਾਰੇ ਦਾ ਹੋਊਗਾ, ਦੂਸਰਾ ਜਿਹੜਾ ਉਹ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਹੋਊਗਾ। ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਜ ਜੋ ਉਹਦੀ ਸਥਿਤੀ ਬਣੀ ਹੋਈ ਹੈ, ਜਾਂ ਬਰਗਾੜੀ ਮਸਲੇ ਨੂੰ ਲੈ ਕੇ ਕਹਿ ਲਈਏ, ਬਾਈਬਲ ਕਲਾ ਮਸਲੇ ਨੂੰ ਲੈ ਕੇ ਕਹਿ ਲਈਏ, ਬੇਅਦਬੀ ਮਾਮਲਿਆਂ ਨੂੰ ਲੈ ਕੇ ਕਹਿ ਲਈਏ, ਜਾਂ ਹੋਰ ਵੀ ਜੋ ਕੁਝ ਪਿਛਲੇ ਸਾਲਾਂ ਦੇ ਦੌਰਾਨ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜੋ ਕੁਝ ਵਾਪਰਿਆ ਸੀਗਾ, ਉਹ ਲੋਕ ਜਿਹੜੇ ਨੇ ਉਹ ਭੁੱਲ ਜਾਣਗੇ ਔਰ ਇਹ ਦਲਿਤ ਚਿਹਰੇ ਵਾਲੀ ਤੇ ਹਿੰਦੂ ਚਿਹਰੇ ਵਾਲੀ ਜਿਹੜੀ ਇਹ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕਰ ਰਹੇ ਹੈ, ਉਸ ਦਾ ਇਹਨਾਂ ਨੂੰ ਲਾਹਾ ਮਿਲ ਜੂਗਾ? ਵੈਸੇ ਤਾਂ ਇਹ ਬਹੁਤ ਅਫਸੋਸਨਾਕ ਹੈ ਕਿ ਜਿਹੜੀ
ਧਾਰਮਿਕ ਆਧਾਰ ਤੇ ਹੀ ਜਿਹੜੀ ਸਾਰੀ ਹੁਣ ਰਾਜਨੀਤੀ ਖੇਡੀ ਜਾ ਰਹੀ ਹੈ। ਧਾਰਮਿਕ ਤੇ ਜਾਤ ਪਾਤ ਦੇ ਆਧਾਰ ਤੇ ਦਲਿਤ ਤੇ BC, ਦਲਿਤ, ਜੱਟ, ਸਿੱਖ, ਹਿੰਦੂ। ਇਹ ਬੜੀ ਅਫਸੋਸਨਾਕ ਹੈ। ਪੰਜਾਬ 'ਚ ਆਮ ਤੌਰ ਤੇ ਦੇਖੋ ਸਿੱਖ ਪੋਲਿਟਿਕਸ ਹੈ ਜਿਹੜੀ ਸਿੱਖ ਰਾਜਨੀਤੀ, ਉਹਦਾ ਜਿਹੜਾ ਬੋਲਬਾਲਾ ਉਹਦਾ ਰਿਹਾ ਪੰਜਾਬ ਦੇ ਵਿੱਚ, ਸਿੱਖ ਰਾਜਨੀਤੀ ਦੇ ਸਾਰੇ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਸਿੱਖ ਰਾਜਨੀਤੀ ਦਾ ਇੰਪੈਕਟ ਜਿਹੜਾ ਹੈ, ਜੋ ਕੁਝ ਸਿੱਖ ਰਾਜਨੀਤੀ 'ਚ ਹੁੰਦਾ ਉਹਦਾ ਅਸਰ ਪੈਂਦਾ ਰਿਹਾ। ਤੇ ਅਕਾਲੀ ਦਲ ਜਿਹੜਾ ਜਾਂ ਅਕਾਲੀ ਦਲ ਜਿੰਨੇ ਵੀ ਹੈਗੇ ਨੇ ਉਹ ਸਾਰੇ ਇਸ ਗੱਲ ਨੂੰ ਐਲਾਨੀਆ ਤੌਰ ਤੇ ਇਹ ਗੱਲ ਕਹਿ ਕੇ ਇਲੈਕਸ਼ਨ ਲੜਦੇ ਨੇ, ਕਹਿ ਕੇ ਚੱਲਦੇ ਨੇ ਕਿ ਅਸੀਂ ਸਾਡੀ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੈ ਜੀ। ਹਾਲਾਂਕਿ ਪਿਛਲੇ ਸਮੇਂ 'ਚ 1996 'ਚ ਅਕਾਲੀ ਦਲ ਨੇ ਆਪ ਨੂੰ ਸੈਕੂਲਰ ਐਲਾਨ ਕੀਤਾ ਕਿ ਹੁਣ ਸਾਰੇ ਵਰਗੇ ਦੇ ਸ਼ਾਮਲ ਹੋਣਗੇ, ਪਰ ਫਿਰ ਵੀ ਬੁਨਿਆਦੀ ਤੌਰ ਤੇ ਉਹ ਸਿੱਖਾਂ ਦੀ ਨੁਮਾਇੰਦਾ ਪਾਰਟੀ ਦੇ ਤੌਰ ਤੇ ਹੀ ਪੇਸ਼ ਕਰਦੇ ਨੇ। ਤੇ ਰਾਜਨੀਤੀ ਜਿਹੜੀ ਹੈ ਪੰਜਾਬ ਦੇ ਵਿੱਚ ਸਿੱਖ ਧਰਮ ਨਾਲ ਜੁੜੀ ਹੋਈ ਚੱਲਦੀ ਰਹੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਤੇ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਪਹਿਲਾਂ ਬਹੁਤ ਘੱਟ ਹੋਇਆ ਹੈ। ਜਦੋਂ ਇਹ ਐਲਾਨ ਕੇ ਹੋਇਆ ਹੋਵੇ ਵੀ ਅਸੀਂ ਸਿੱਖ 'ਚ ਡਿਪਟੀ CM ਸਿੱਖ CM ਬਣਾਵਾਂਗੇ, ਦਲਿਤ ਡਿਪਟੀ CM ਬਣਾਵਾਂਗੇ, ਹਿੰਦੂ ਬਣਾਵਾਂਗੇ, ਇਸ ਤਰ੍ਹਾਂ ਬਣਾਵਾਂਗੇ, ਇਸ ਤਰ੍ਹਾਂ ਦਾ ਅਨਅਨਾਊਂਸਡ ਤੌਰ ਤੇ ਤਾਂ ਹੁੰਦਾ ਰਿਹਾ ਇਹ। ਮਤਲਬ ਗਿਣਤੀਆਂ ਤਾਂ ਜ਼ਰੂਰ ਹਰ ਵੇਲੇ ਹੁੰਦੀਆਂ ਜਦੋਂ ਵੀ ਚੋਣਾਂ ਲੜੀਆਂ ਜਾਂਦੀਆਂ। 2012 ਦੇ ਵਿੱਚ ਅਕਾਲੀ ਦਲ ਨੇ ਬਹੁਤ ਜ਼ਿਆਦਾ ਇਸ ਗੱਲ ਨੂੰ ਇੰਪੋਰਟੈਂਸ ਦਿੱਤੀ ਸੀ ਕਿ ਹਿੰਦੂ ਕੈਂਡੀਡੇਟ ਖੜੇ ਕੀਤੇ ਜਾਣ। ਇਹ ਤਾਂ ਹੁੰਦੀ ਰਹੀ ਹੈ, ਸੋਸ਼ਲ ਇੰਜੀਨੀਅਰਿੰਗ ਕਹਿੰਦੇ ਰਹੇ ਆ ਜਿਹਨੂੰ। ਪਰ ਐਲਾਨੀਆ ਤੌਰ ਤੇ ਡਿਵੀਜ਼ਨ ਇਸ ਤਰ੍ਹਾਂ ਦੀ ਕਰਕੇ ਇਹ ਸ਼ੁਰੂਆਤ ਸੁਖਬੀਰ ਬਾਦਲ ਨੇ ਕੀਤੀ ਪਹਿਲਾਂ ਕਿ ਦਲਿਤ ਸੀ। ਉਧਰੋਂ BJP ਕਹਿ ਰਹੀ ਹੈ ਕਿ ਦਲਿਤ ਅਸੀਂ ਚਿਹਰਾ ਪ੍ਰੋਜੈਕਟ ਕਰਾਂਗੇ, ਉਹ ਵੀ ਕਹਿ ਰਹੇ ਨੇ। ਫਾਰਮਲ ਅਨਾਊਂਸਮੈਂਟ ਨਹੀਂ ਕੀਤੀ ਪਰ ਗਾਹੇ ਵਗਾਹੇ ਸਹਿ ਕਹੀ ਜਾਂਦੇ ਨੇ ਉਹ ਵੀ। ਤੇ ਹੁਣ ਆ ਜਿਹੜੀ ਹਿੰਦੂ ਵਾਲੀ ਡਿਪਟੀ CM ਦੀ ਗੱਲ ਕਰਤੀ। ਤੇ ਇਸ ਦੌਰਾਨ 'ਚ ਇਸ ਮਸਲੇ 'ਚ ਉਦੋਂ ਬਾਅਦ ਮਨੀਸ਼ ਤਿਵਾੜੀ ਨੇ ਜਿਹੜੇ ਟਵੀਟ ਕੀਤੇ ਹੈ, ਅੱਜ ਮਨੀਸ਼ ਤਿਵਾੜੀ ਤੇ ਪਵਨ ਦੀਵਾਨ ਨੇ, ਉਹ ਵੀ ਇਸੇ ਗੱਲ ਨੂੰ ਵੀ ਹਿੰਦੂ ਕਿੱਥੇ ਵੀ ਤੁਸੀਂ ਸਿੱਖਾਂ ਨੂੰ ਸਾਰੇ ਅਹੁਦੇ ਦੇਈ ਜਾਂਦੇ ਹੋ। ਮਤਲਬ ਇਹ ਵੈਰੀ ਅਨਫੋਰਚੂਨੇਟ ਡਿਬੇਟ ਹੈਗੀ ਵੈਸੇ ਇਹ ਬੜੀ ਇਸ ਆਧਾਰ ਤੇ। ਜੇ ਪੰਜਾਬ ਦੇ ਵਿੱਚ ਦੇਖੋ, ਪੰਜਾਬ ਦੇ ਵਿੱਚ ਜਿੰਨੇ ਮਰਜ਼ੀ ਮਤਲਬ ਔਕ ਚੱਲਣਗੇ, ਦਹਿਸ਼ਤਵਾਦ ਵੀ ਹੋਇਆ ਕਿੰਨਾ, ਉਹਦੇ 'ਚ ਖਾਲਿਸਤਾਨ ਦੀ ਮੂਵਮੈਂਟ ਵੀ ਚੱਲੀ, ਦਿੱਲੀ 'ਚ ਜੋ ਕੁਛ ਹੋਇਆ ਕਤਲੇਆਮ ਹੋਇਆ, ਪਰ ਪੰਜਾਬ 'ਚ ਕਮਿਊਨਲ ਦੰਗੇ ਨਹੀਂ ਹੋਏ ਕਿਤੇ ਜੀ। ਪੰਜਾਬ 'ਚ ਫਿਰਕੂ ਦੰਗੇ, ਪੰਜਾਬ 'ਚ ਫਿਰਕੂ ਆਧਾਰ ਤੇ ਜਿਹੜੀ ਵੰਡ ਉਸ ਤਰ੍ਹਾਂ ਦੀ ਮਤਲਬ ਟੈਨਸ਼ਨਾਂ ਤਾਂ ਚਲੋ ਹੁੰਦੀਆਂ ਰਹੀਆਂ, ਪਰ ਇਸ ਤਰ੍ਹਾਂ ਦੇ ਉਹ ਨਹੀਂ ਹੋਇਆ ਜਿਵੇਂ ਕਿ ਦੂਜੇ ਸੂਬਿਆਂ 'ਚ ਦਿੱਲੀ 'ਚ ਹੋ ਜਾਂਦੇ ਆ, ਮੇਰਠ 'ਚ ਹੋ ਜਾਂਦੇ, ਹੋਰ ਹੋ ਜਾਂਦੇ। ਪੰਜਾਬ 'ਚ ਏਦਾਂ ਨਹੀਂ ਹੋਇਆ। ਸੋ ਬਚਤ ਰਹੀ ਇਸ ਗੱਲ ਨੂੰ ਪੰਜਾਬ ਦੀ। ਪਰ ਹੁਣ ਜਿਹੜਾ ਇਹ ਹੋ ਰਹੀ ਹੈ, ਇਹ ਫੋਬੀਆ ਜਿਹੜਾ ਹੈਗਾ ਵੀ ਇਸ ਆਧਾਰ ਤੇ ਜਿਹਦਾ ਜੋ ਇਹ ਸੁਖਬੀਰ ਬਾਦਲ ਨੇ ਐਲਾਨ ਕੀਤਾ ਪਹਿਲਾਂ ਵੀ ਤੇ ਅੱਜ ਵੀ, ਤੇ BJP, ਉਹਦਾ ਅਸਰ ਵੀ ਪੰਜਾਬ ਜਿਹੜੀ ਕਾਂਗਰਸ ਦੀ ਰੀਸਟਰਕਚਰਿੰਗ ਹੋ ਰਹੀ ਹੈ ਜਾਂ ਪਲਾਨ ਕੀਤੀ ਜਾ ਰਹੀ ਹੈ, ਪ੍ਰਪੋਜ਼ਲ ਹੈ, ਉਹਦੇ ਤੇ ਉਹਦਾ ਅਸਰ ਵੀ ਹੈਗਾ। ਕਿਉਂਕਿ ਦਲਿਤ ਤੇ ਹਿੰਦੂ ਜਿਹੜਾ ਇਸ਼ੂ ਮੁੱਦੇ ਜਿਹੜੇ ਉਹਦੇ ਅੰਦਰ ਉੱਠੇ ਰਿਹਾ, ਉਹਦਾ ਮਨੀਸ਼ ਤਿਵਾੜੀ ਦੇ ਟਵੀਟ ਜਿਹੜੇ ਸਾਹਿਬ ਦੱਸਦੇ ਨੇ, ਪਹਿਲਾਂ ਅਸ਼ਵਨੀ ਸੇਖੜੀ ਵੀ ਬੋਲਦੇ ਰਹੇ ਨੇ, ਉਹ ਹੈਗੇ ਆ। ਪਰ ਜਿਹੜੀ ਗੱਲ ਮੈਂ ਕਰਨ ਲੱਗਿਆ ਕਿ ਇਹ ਬਿਲਕੁਲ ਠੀਕ ਹੈ। ਇਹ ਕੋ ਨਾਅਰੇ ਜਿਹੜੇ ਹੈ ਕੈਚੀ ਨਾਅਰੇ, ਚੋਣਾਂ ਇੱਦਾਂ ਹੀ ਲੜੀਆਂ ਜਾਂਦੀਆਂ ਨੇ। ਜਿਹੜੇ ਲੋਕਾਂ ਦੇ ਬੁਨਿਆਦੀ ਮਸਲੇ ਨੇ, ਕਿਸਾਨਾਂ ਦਾ ਮਸਲਾ ਦੇਖੋ ਅਜੇ ਹੱਲ ਨਹੀਂ ਹੋਇਆ, ਤੇ ਜਿਹੜੇ ਬੇਰੁਜ਼ਗਾਰੀ ਦੇ ਮਸਲੇ, ਈਵਨ ਜਿਹੜਾ ਇਸ ਵੇਲੇ ਜੋ ਮਹਿੰਗਾਈ ਦਾ ਮਸਲਾ ਹੈ, ਤੇਲ ਪੈਟਰੋਲ ਡੀਜ਼ਲ ਕਿੰਨਾ ਮਹਿੰਗਾ ਹੋ ਗਿਆ, ਉਹਦੇ ਇੰਪੈਕਟ ਨਾਲ ਮਹਿੰਗਾਈ ਕਿੰਨੀ ਹੋ ਗਈ, ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ। ਕਰੋਨਾ ਦੇ ਨਾਲ ਜਿਹੜਾ ਲੋਕਡਾਊਨ ਕਰਕੇ ਸਾਲ ਭਰ ਤੋਂ ਇੰਡਸਟਰੀ ਤੇ ਕਾਰੋਬਾਰ ਤੇ ਜੋ ਇੰਨੀ ਹਾਲਤ ਮਾੜੀ ਹੋਈ ਹੈ ਸਭ ਦੀ, ਲੋਕਾਂ ਦੀ ਮਤਲਬ ਰੋਟੀ ਖਾਣੀ ਔਖੀ ਹੋਈ ਹੈ ਬੜੇ ਲੋਕਾਂ ਨੂੰ। ਉਹ ਮਸਲੇ ਕਿਤੇ ਨਹੀਂ ਹੈਗੇ ਵੀ ਦਲਿਤ ਹੈ ਕਿ ਹਿੰਦੂ ਬਣਾਉਣਾ ਕਿ ਕਿਸ ਨੂੰ ਬਣਾਉਣਾ, ਉਹ ਹਾਵੀ ਹੋਈ ਪਿਆ ਕਿਉਂਕਿ ਉਹ ਸੌਖੇ। ਮੈਨੂੰ ਲੱਗਦਾ ਡਾਇਵਰਸ਼ਨ, ਇਹ ਵਧੀਆ ਡਾਇਵਰਸ਼ਨ ਹੈਗੀ, ਪੋਲੀਟੀਸ਼ੀਅਨ ਕਰ ਲੈਂਦੇ ਨੇ, ਪੋਲੀਟੀਸ਼ੀਅਨਾਂ ਨੂੰ ਆਰਟ ਆਉਂਦੀ ਹੈ ਡਾਇਵਰਸ਼ਨ ਕਰਨ ਦੀ, ਇਹ ਕਿ ਚਲੋ ਠੀਕ ਹੈ ਬਾਕੀ ਬੁਨਿਆਦੀ ਮਸਲਿਆਂ ਤੋਂ ਜਿਹੜਾ ਧਿਆਨ ਹੈ ਤੁਹਾਡਾ ਉਹ ਮਤਲਬ ਜੋ ਲੋਕਾਂ ਨੂੰ ਇਮੋਸ਼ਨਲ ਜਿਹੜੇ ਮਸਲੇ ਨੇ ਜਾਂ ਸੈਕਸ਼ਨਲ ਮਸਲੇ ਨੇ ਉਹਨਾਂ ਨੂੰ ਉਹ ਕਰੋ। ਤੇ ਦੇਖੋ ਇਸ ਵੇਲੇ ਹੁਣ ਮੁਲਾਜ਼ਮ ਕਿੰਨੇ, ਸਾਰਾ ਅੱਧਾ ਪੰਜਾਬ ਸੜਕਾਂ ਤੇ ਫਿਰਦਾ, ਮਤਲਬ ਧਰਨੇ ਮੁਜ਼ਾਹਰੇ ਪ੍ਰੋਟੈਸਟ ਕਿੰਨੇ ਹੋ ਰਹੇ ਨੇ, ਮਤਲਬ ਉਹਨਾਂ ਦੇ ਲੋਕਾਂ ਦੇ ਮਸਲੇ ਦੇਖੋ ਕਿੰਨੇ ਨੇ। ਬਿਲਕੁਲ। ਤੇ ਉਹ ਮਸਲਿਆਂ ਦਾ ਕੋਈ ਹੈ ਨਹੀਂ ਇਹਦੇ 'ਚ, ਮਤਲਬ ਜਿਹੜੀ ਆ ਹੋ ਰਿਹਾ ਇਹ ਹੈ। ਦੂਜੀ ਜਿਹੜੀ ਗੱਲ ਕੀਤੀ ਤੁਸੀਂ ਅਕਾਲੀ ਦਲ ਦੀ, ਕਿ ਅਕਾਲੀ ਦਲ ਨੂੰ ਕੀ ਉਹ ਜਿਹੜਾ ਉਹਨਾਂ ਦਾ ਖੁੱਸਿਆ ਆਧਾਰ ਹੈ ਵੀ ਉਹਦਾ ਕੀ ਬਣਿਆ ਜਾਂ ਉਹ ਕੀ, ਉਹਦੇ 'ਚ ਵੀ ਤੁਸੀਂ ਕਿਹਾ ਕਿ ਕੀ ਲੋਕ ਭੁੱਲ ਗਏ ਉਹ ਜੀ,
ਦੇਖੋ ਲੋਕ ਭੁੱਲੇ ਤਾਂ ਨਹੀਂ ਹੈਗੇ, ਬੇਅਦਬੀ ਤੇ ਹੋਰ ਮੁੱਦਿਆਂ ਬਹੁਤ ਸਾਰਿਆਂ ਦੇ ਜਿਨ੍ਹਾਂ ਨੂੰ ਜ਼ਿੰਮੇਵਾਰ ਅਕਾਲੀ ਦਲ ਨੂੰ ਸਮਝਦੇ ਸੀ, ਬਹੁਤ ਤਕੜਾ ਸੈਕਸ਼ਨ ਹੈਗਾ ਲੋਕਾਂ ਦਾ ਜਿਹੜੇ ਉਹਨਾਂ ਨੂੰ ਜ਼ਿੰਮੇਵਾਰ ਸਮਝਦੇ ਉਸ ਬਾਦਲ ਦਲ ਦੀ ਲੀਡਰਸ਼ਿਪ ਨੂੰ, ਭੁੱਲੇ ਨਹੀਂ ਹੈਗੇ। ਪਰ ਲੋਕ ਜਿਹੜੇ ਹੈ, ਲੋਕਾਂ ਕੋਲ ਕੋਈ ਚਾਰਾ ਨਹੀਂ ਹੁੰਦਾ। ਲੋਕ ਆਫਟਰ ਆਲ ਜਦੋਂ ਵੋਟਾਂ ਪੈਂਦੀਆਂ ਨੇ, ਜਦੋਂ ਪੋਲਿੰਗ ਹੁੰਦੀ ਹੈ, ਜਦੋਂ ਚੋਣਾਂ ਹੁੰਦੀਆਂ ਨੇ, ਉਦੋਂ ਲੋਕ ਲੈਸਰ ਈਵਲ ਚੁਆਇਸ ਕਰਦੇ ਨੇ ਵੀ ਉਹ ਲੱਗਦਾ ਵੀ ਇਹਦੇ ਨਾਲ ਤਾਂ ਆ ਹੀ ਚੰਗਾ ਹੈ। ਬਿਲਕੁਲ ਉਹੀ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਕਦੇ ਕਾਂਗਰਸ ਤੇ ਕਦੇ ਅਕਾਲੀ ਦਲ, ਦੋ ਹੀ ਪਾਰਟੀ ਦਿਨਾਂ ਜਿਹੜੀ ਭੁੱਲਣ ਵਾਲੀ ਗੱਲ ਜਿੱਦਾਂ ਕਿ 84 ਚ ਜੋ ਕੁਝ ਹੋਇਆ ਪੰਜਾਬ ਦੇ ਵਿੱਚ, ਦਰਬਾਰ ਸਾਹਿਬ ਤੇ ਜੋ ਉਸ ਤਰ੍ਹਾਂ ਅਟੈਕ ਹੋਇਆ, ਬਲੂ ਸਟਾਰ ਹੋਇਆ, ਤੇ ਜਿੰਨਾ ਜਿਹੜੇ ਲੋਕ ਮਾਰੇ ਗਏ, ਸਿੱਖਾਂ ਦਾ ਨੁਕਸਾਨ ਹੋਇਆ, ਤੇ ਦਿੱਲੀ 'ਚ ਤੇ ਹੋਰ ਥਾਵਾਂ ਤੇ ਜੋ ਕਤਲੇਆਮ ਹੋਇਆ ਕਾਂਗਰਸ ਗਵਰਨਮੈਂਟ ਦੌਰਾਨ ਹੋਇਆ ਜੀ। ਕਾਂਗਰਸ ਦੀ ਲੀਡਰਸ਼ਿਪ ਉਸ ਵੇਲੇ ਬਿਲਕੁਲ ਉਹ ਸੀ, ਉਹਨਾਂ ਦੇ ਦੋਸ਼ ਹੈ ਵੀ ਉਹ ਸ਼ਾਇਦ ਨਾ ਹੋਇਆ ਇਹਨਾਂ ਦੀ। ਤੇ ਫਿਰ ਉਸ ਤੋਂ ਬਾਅਦ ਦਿੱਲੀ 'ਚ ਵੀ ਕਾਂਗਰਸ ਜਿੱਤੀ, ਦੋ ਵਾਰੀ ਜਿੱਤੀ ਹੈ, ਪੰਜਾਬ 'ਚ ਵੀ 2 ਵਾਰੀ ਸਰਕਾਰ ਬਣ ਗਈ ਕਾਂਗਰਸ ਦੀ, ਔਰ ਸਿੱਖਾਂ ਦਾ ਇੱਕ ਪੂਰਾ ਗਿਣਨਯੋਗ ਹਿੱਸਾ ਜਿਹੜਾ ਕਾਂਗਰਸ ਨੂੰ ਭੁਗਤਿਆ। ਉਦੋਂ ਐਂ ਲੱਗਦਾ ਸੀ ਵੀ ਕੋਈ ਸਿੱਖ ਕਦੇ ਕਾਂਗਰਸ ਨੂੰ ਛੂਹੇਗਾ ਨਹੀਂ, ਵੋਟ ਨਹੀਂ ਪਾਏਗਾ ਜਾਂ ਨੇੜੇ ਨਹੀਂ ਲੱਗੇਗਾ, ਪਰ ਉਹ ਪ੍ਰੈਕਟੀਕਲੀ ਤੁਸੀਂ ਦੇਖ ਲਓ। ਬਿਲਕੁਲ। ਉਸ ਤੋਂ ਬਾਅਦ ਮੈਂ ਤੁਹਾਨੂੰ ਮਿਸਾਲ ਦਿੰਨਾ ਕਿ 2019 ਦੀਆਂ ਲੋਕ ਸਭਾ ਚੋਣਾਂ ਹੋਈਆਂ ਤੇ ਸਭ ਤੋਂ ਵੱਧ ਵੋਟਾਂ ਦੇ ਲੋਕ ਸਭਾ ਚੋਣਾਂ 'ਚ ਕੌਣ ਜਿੱਤਿਆ? ਸੁਖਬੀਰ ਬਾਦਲ ਜੀ, ਫਿਰੋਜ਼ਪੁਰ ਹਲਕੇ ਤੋਂ। ਬਿਲਕੁਲ। ਤੇ ਬਠਿੰਡੇ ਤੋਂ ਹਰਸਿਮਰਤ ਬਾਦਲ ਜਿੱਤੀ ਹੈ। ਮਤਲਬ ਸੋ ਇਸ ਕਰਕੇ ਉੱਥੋਂ ਹੁਸ਼ਿਆਰਪੁਰ ਤੋਂ ਉਹ ਜਿੱਤੇ ਹੈ, ਸੋਮ ਪ੍ਰਕਾਸ਼ ਜਿੱਤਿਆ, ਉੱਥੋਂ ਗੁਰਦਾਸਪੁਰ ਤੋਂ ਉਹ ਜਿੱਤੇ ਹੈ। ਇਹ ਇਕੱਠੇ ਸੀਗੇ ਨਾ ਸਾਰੇ ਜੀ। ਮਤਲਬ ਜਿਹੜੀ ਵੋਟ ਪੋਲਿਟਿਕਸ ਹੈ ਨਾ, ਉਹ ਆਪਣੀ ਜਗ੍ਹਾ ਹੋਰ ਥਾਂ ਹੈ, ਉਹਦੇ 'ਚ ਗਿਣਤੀਆਂ ਮੈਨੇਜਮੈਂਟ ਹੋਰ ਬਹੁਤ ਇਸ਼ੂ ਰਲ ਜਾਂਦੇ ਨੇ, ਉਹਦੇ 'ਚ ਇਮੋਸ਼ਨਲ ਇਸ਼ੂ ਆ ਜਾਂਦੇ ਨੇ। ਤੇ ਜਿਹੜੇ ਇਸ਼ੂਜ਼ ਨੇ, ਮੁੱਦੇ ਨੇ, ਉਹ ਮੁੱਦੇ ਜ਼ਰੂਰੀ ਨਹੀਂ ਹੈ ਕਿ ਉਹ ਚੋਣਾਂ ਦੇ ਵਿੱਚ ਉਹ ਉਸ ਤਰ੍ਹਾਂ ਕੰਸਿਸਟੈਂਟਲੀ ਰਹਿਣ ਤੇ ਲੋਕਾਂ ਨੂੰ ਵੋਟਾਂ ਪਾਉਣ ਤੋਂ ਰੋਕਣ, ਉਹ ਜ਼ਰੂਰੀ ਨਹੀਂ ਹੁੰਦਾ। ਸੋ ਇਸ ਕਰਕੇ ਇਹ ਕਹਿਣਾ ਅਜੇ ਵੀ ਅਕਾਲੀ ਦਲ ਨੂੰ ਜਿਹੜਾ ਉਹ ਉੱਥੇ ਹੀ ਖੜੀ ਹੈ ਗੱਲ। ਅਕਾਲੀ ਦਲ ਦੇਖੋ ਨਾ ਤੁਸੀਂ, ਜਦੋਂ ਕਿਸਾਨਾਂ ਦੀ ਮੂਵਮੈਂਟ ਸ਼ੁਰੂ ਹੋਈ ਸੀ ਤੇ ਅਕਾਲੀ ਦਲ ਬੀਜੇਪੀ ਦੇ ਐਨਡੀਏ 'ਚ ਹਿੱਸਾ ਸੀ, ਉਦੋਂ ਅਕਾਲੀ ਦਲ ਦਾ ਵੀ ਪਿੰਡਾਂ 'ਚ ਜਾਣਾ ਔਖਾ ਸੀ। ਜਦੋਂ ਬੀਜੇਪੀ ਨੂੰ ਅੱਡ ਹੋ ਗਏ ਕਰਕੇ ਹੁਣ ਉਹ ਐਕਟੀਵਿਟੀ ਕਰਦੇ ਨੇ ਅਕਾਲੀ ਦਲ ਤੇ, ਤਾਂ ਉਸੇ ਤਰ੍ਹਾਂ ਲੈਂਦੇ ਨੇ ਲੋਕ ਜਿਵੇਂ ਬਾਕੀ ਪਾਰਟੀਆਂ ਹੈਗੀਆਂ ਨੇ ਬੀਜੇਪੀ ਨੂੰ ਛੱਡ ਕੇ। ਅਕਾਲੀ ਦਲ ਤੇ ਇੱਕ ਅਕਾਲੀ ਦਲ ਕੋਲ ਜਿਹੜਾ ਐਡਵਾਂਟੇਜ ਹੈਗਾ ਕਿ ਅਕਾਲੀ ਦਲ ਨੇ, ਸੁਖਬੀਰ ਬਾਦਲ ਨੇ ਜਾਂ ਉਹਨਾਂ ਦੀ ਲੀਡਰਸ਼ਿਪ ਨੇ ਪਾਰਟੀ ਦਾ ਪਿੰਡ ਪੱਧਰ ਤੱਕ ਜਿਹੜਾ ਨੈਟਵਰਕ ਇੰਟੈਕਟ ਰੱਖਿਆ, ਐਕਟਿਵ ਰੱਖਿਆ ਤੇ ਇੰਟੈਕਟ ਰੱਖਿਆ। ਤੇ ਜੇ ਪੋਲੀਟੀਕਲ ਸਰਗਰਮੀ ਕਿਸੇ ਪਾਰਟੀ ਦੀ ਇਸ ਵੇਲੇ ਪੰਜਾਬ 'ਚ ਹੈਗੀ ਹੈ ਤਾਂ ਉਹ ਅਕਾਲੀ ਦਲ ਦੀ ਹੈ। ਆਮ ਆਦਮੀ ਪਾਰਟੀ ਦੀ ਵੀ ਹੈਗੀ ਹੈ, ਪਰ ਆਮ ਆਦਮੀ ਪਾਰਟੀ ਟੁੱਟਵੀਂ ਹੈ, ਪਾਕਟਸ ਦੇ ਵਿੱਚ ਹੈਗੀ ਹੈ, ਜਾਂ ਉਹ ਚੰਡੀਗੜ੍ਹ ਬਹੁਤ ਹੀ ਸਰਗਰਮੀ ਕਰਦੇ ਨੇ, ਕੁਛ ਪਿਛਲੇ ਬਿਜਲੀ ਦੇ ਮੁੱਦਿਆਂ ਤੇ ਹੋਰ ਤੇ ਸਰਗਰਮੀ। ਬਿਲਕੁਲ। ਆਪਾਂ ਆਮ ਆਦਮੀ ਪਾਰਟੀ ਤੇ ਵੀ ਨਾਲ ਲੱਗਦੇ ਹੱਥ ਆ ਹੀ ਜਾਈਏ ਜੀ। 2 ਪਾਰਟੀਆਂ ਦੀ ਆਪਾਂ ਗੱਲ ਕਰ ਰਹੀ ਹੈ, ਹੁਣ ਤੀਸਰੀ ਪੰਜਾਬ ਦੇ ਵਿੱਚ ਪਾਰਟੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਹ ਟੱਕਰ ਬਾਕੀ ਪਾਰਟੀਆਂ ਨੂੰ ਦੇ ਰਹੀ ਹੈ, ਤਾਂ ਉਹ ਆਮ ਆਦਮੀ ਪਾਰਟੀ ਹੈ। ਜੋ ਕੁਝ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਪਾਂ ਵੇਖ ਰਹੇ ਹਾਂ, ਟੁੱਟ ਭੱਜ ਜਿਹੜੀ ਆ ਹੋ ਰਹੀ ਆ। ਜ਼ਿਆਦਾਤਰ ਬਾਕੀ ਪਾਰਟੀਆਂ ਦੇ ਜਿਹੜੇ ਲੋਕ ਸੀ, ਇਹਨਾਂ ਤੋਂ ਜਿਹੜੇ ਪਹਿਲਾਂ ਟੁੱਟ ਗਏ, ਉਹ ਦੁਬਾਰਾ ਇਹਦੇ ਵਿੱਚ ਰਲ ਰਹੇ ਆ। ਝਾੜੂ ਉਹਨਾਂ ਨੇ ਫੜ ਲਿਆ ਇੱਕ ਵਾਰ। ਔਰ ਦੂਸਰੀ ਜੇਕਰ ਆਪਾਂ ਗੱਲ ਕਰੀਏ ਤਾਂ ਕੀ ਇਹਨਾਂ ਦੇ ਲਈ ਇਸ ਵਾਰ ਮੌਕਾ ਹੈਗਾ ਕਿ ਪੰਜਾਬ ਦੇ ਵਿੱਚ ਇਹ ਬਹੁਮਤ ਜਿਹੜਾ ਉਹ ਹਾਸਲ ਕਰ ਸਕਦੇ ਆ, ਇੱਕ ਚੰਗੀ ਜਿੱਤ ਪ੍ਰਾਪਤ ਕਰ ਸਕਦੇ ਆ ਜੋ ਬਾਕੀ ਪਾਰਟੀਆਂ ਦੇ ਮੁਕਾਬਲੇ ਵੇਖੀਏ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਉਹਨਾਂ ਦੇ ਉੱਤੇ ਕੀ ਇਲਜ਼ਾਮ ਲੱਗੇ ਜਾਂ ਕਿਸ ਦਾ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ। ਕਾਂਗਰਸ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਕਾਂਗਰਸ ਦੇ ਵਿੱਚ ਕੀ ਕੁਝ ਕਾਟੋ ਕਲੇਸ਼ ਜਿਹੜਾ ਉਹ ਚੱਲ ਰਿਹਾ। ਜੇਕਰ ਇਹ ਕਾਟੋ ਕਲੇਸ਼ ਆਪਸੀ ਹੱਲ ਹੋ ਵੀ ਜਾਂਦਾ ਤਾਂ ਫਿਰ ਵੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਕੀ ਇਹਨਾਂ ਨੂੰ ਅਪਣਾਉਣਗੇ? ਕਿਉਂਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ, ਉਹਨਾਂ ਵਾਅਦਿਆਂ ਦੇ ਵਿੱਚ ਬਹੁਤ ਸਾਰੇ ਵਾਅਦੇ ਇਸ ਤਰ੍ਹਾਂ ਦੇ ਆ ਜੋ ਪੂਰੇ ਹਾਲੇ ਨਹੀਂ ਹੋਏ। ਤਾਂ ਇਹਨਾਂ ਦੋਵਾਂ ਪਾਰਟੀਆਂ ਨੂੰ ਜੇ ਇੱਕ ਪਾਸੇ ਵੇਖੀਏ ਤਾਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੇਖੀਏ, ਕਿ ਲੱਗਦਾ ਹੈ ਇਸ ਵਾਰ ਇਹ ਆਪਣਾ ਜਿਹੜਾ ਉਹ ਆਧਾਰ ਕੁਝ ਚੰਗਾ ਬਣਾ ਸਕਦੇ ਆ, ਇਸ ਵਾਰ ਜਿੱਤ ਹਾਸਲ ਕਰ ਸਕਦੇ ਆ? ਮੁੱਦੇ ਇਹਨਾਂ ਦੇ ਕੋਲੇ ਉਸ ਤਰ੍ਹਾਂ ਦੇ ਹੈਗੇ ਆ। ਕਿਉਂਕਿ ਨਾਲੇ ਇੱਕ ਗੱਲ ਹੋਰ ਕਿ ਕੀ ਇਹ ਵੀ ਦਲਿਤ ਵੋਟ ਬੈਂਕ ਜਿਹੜਾ ਉਹਨੂੰ ਖਿੱਚਣ ਦੀ ਕੋਸ਼ਿਸ਼ ਕਰਨਗੇ, ਇਸ ਤਰ੍ਹਾਂ ਦਾ ਪੱਤਾ ਖੇਡਣਗੇ ਜੋ ਬਾਕੀ ਪਾਰਟੀਆਂ ਖੇਡ ਰਹੀਆਂ ਨੇ? ਔਰ ਤੀਜੀ ਗੱਲ ਇਹ ਕਿ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ ਕਾਂਗਰਸ ਦਾ ਵੀ ਕਿਉਂਕਿ ਵੋਟ ਜਿਹੜਾ ਆਧਾਰ ਹੈ ਉਹ ਬਣਿਆ ਹੋਇਆ,
ਕਿਉਂਕਿ ਪੋਲਿਟਿਕਸ ਜਿਹੜੀ ਹੁੰਦੀ ਆ ਜਾਂ ਜਦੋਂ ਵੋਟਿੰਗ ਹੋਣੀ ਆ ਤਾਂ ਉਹ ਬੂਥ ਲੈਵਲ ਦੇ ਉੱਤੇ ਤੁਸੀਂ ਸਟਰੋਂਗ ਹੋਣੇ ਬਹੁਤ ਜ਼ਰੂਰੀ ਹੁੰਦੇ ਹੋ, ਪਿੰਡਾਂ ਦੇ ਵਿੱਚ ਕਹਿ ਲਈਏ ਜਾਂ ਸ਼ਹਿਰਾਂ ਦੇ ਵਿੱਚ ਕਹਿ ਲਈਏ। ਕਿ ਆਮ ਆਦਮੀ ਪਾਰਟੀ ਉਨੀ ਸਟਰੋਂਗ ਹੈਗੀ ਆ ਬੂਥ ਲੈਵਲ ਦੇ ਉੱਤੇ, ਇਹਨਾਂ ਦੇ ਉਨੇ ਬੰਦੇ ਹੈਗੇ ਆ? ਕਿਉਂਕਿ ਉੱਪਰੋਂ ਫੇਸਬੁੱਕ ਦੇ ਉੱਤੇ ਕਹਿ ਲਈਏ ਜਾਂ ਆਪਾਂ ਕਹਿ ਲਈਏ ਕਿ ਉਤਲੀ ਜਿਹੜੀ ਪਰਤ ਹੈ, ਲੀਡਰ ਕਹਿ ਲਈਏ, ਆਗੂ ਕਹਿ ਲਈਏ, ਵੱਡੇ ਵਿਧਾਇਕ ਹੋਣ ਜਾਂ ਹੋਰ ਜਿਹੜੇ ਚਿਹਰੇ ਹੋਣ, ਉਹ ਤਾਂ ਚਲੋ ਮੰਨ ਲਈਏ ਕਿ ਆਮ ਆਦਮੀ ਪਾਰਟੀ ਕੋਲ ਹੈਗੇ ਆ, ਪਰ ਕੀ ਹੇਠਲੇ ਲੈਵਲ ਤੇ ਉਨੀ ਵਰਕਰ ਸਪੋਰਟ ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਹੈ ਜਾਂ ਮਿਲਦੀ ਰਹੀ ਹੈ ਪਹਿਲਾਂ? ਦੇਖੋ, ਪੰਜਾਬ ਦੇ ਲੋਕ ਲਗਭਗ ਸਭ ਪਾਰਟੀਆਂ ਤੋਂ ਉੱਕੇ ਹੋਏ ਵੈਸੇ ਆਮ ਤੀਜਾ ਬਦਲ ਚਾਹੁੰਦੇ ਆ ਕੋਈ ਉਹ। ਇਹਨਾਂ ਦੋਨਾਂ ਪਾਰਟੀਆਂ ਤੋਂ ਵੀ ਤੁਸੀਂ ਸਧਾਰਨ ਬੰਦਿਆਂ ਨੂੰ ਗੱਲਾਂ ਕਰ ਲਓਗੇ, ਸਾਰੀਆਂ ਪਾਰਟੀ ਇੱਕੋ ਜਿਹੀ ਜੀ, ਸਾਰੇ ਕੋਈ ਨਹੀਂ ਉਹ ਕਰਦਾ। ਮਤਲਬ ਤੀਜਾ ਬਦਲ ਦੀ ਜਿਹੜੀ ਇੱਛਾ ਤੇ ਅਰਜ਼ ਹੈ ਜਿਹੜੀ, ਉਹ ਪੰਜਾਬ ਦੇ ਲੋਕਾਂ ਦੀ ਹੈਗੀ ਹੈ, ਜਿਹਦੇ ਕਰਕੇ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ, ਲੋਕਾਂ ਨੇ ਦਿੱਤਾ ਸੀ। ਔਰ ਉਹ ਹੁੰਗਾਰਾ ਦਿੱਤਾ ਸੀ, ਉਹ ਤੇ ਇਹ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਪੂਰੇ ਨਹੀਂ ਉਤਰੇ। ਮਤਲਬ ਜੋ ਉਹਨਾਂ ਨੂੰ ਇਹ ਸੀ ਕਿ ਇਹ ਕੋਈ ਪਾਰਟੀ ਵੱਖਰੀ ਹੋਏਗੀ, ਮਤਲਬ ਡਿਫਰੈਂਟ ਹੋਏਗੀ, ਇਹਦਾ ਕਰੈਕਟਰ ਡਿਫਰੈਂਟ ਹੋਏਗਾ ਸਾਰਾ। ਪਰ ਜੋ ਕੁਝ ਚੋਣਾਂ ਦੇ ਵਿੱਚ ਹੋਇਆ, ਟਿਕਟਾਂ ਵੇਲੇ ਹੋਇਆ, ਜੋ ਕੁਝ ਮਤਲਬ ਉਹਦੀ ਚੋਣ ਜਿਸ ਤਰ੍ਹਾਂ ਲੜੇਗੀ, ਉਹ ਸਾਰਾ ਕੁਝ ਤੋਂ ਲੋਕਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਨਹੀਂ ਹੋਈਆਂ ਤੇ ਲੋਕਾਂ ਨੂੰ ਨਿਰਾਸ਼ਤਾ ਹੋਈ ਇੱਕ ਤਰ੍ਹਾਂ। ਫਿਰ ਉਦੋਂ ਬਾਅਦ ਜਿੱਤ ਕੇ ਤੇ ਉਹਦੇ ਵਿੱਚ ਜਿਸ ਤਰ੍ਹਾਂ ਦੀ ਟੁੱਟ ਭੱਜ ਹੋਈ, ਜਿਸ ਤਰ੍ਹਾਂ ਧੜੇ ਬਣੇ, ਉਹਦੇ 'ਚ MLA ਜਿਹੜੇ ਸਭ ਤੋਂ ਮਤਲਬ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਸੀ, ਤੇ ਹੁਣ ਜੇ ਦੇਖੀਏ ਤਾਂ ਉਹਦੇ ਕਿੰਨੇ MLA ਰਹਿ ਗਏ ਨੇ ਇਹਨਾਂ ਦੇ, ਤੇ ਉਹ ਵੀ ਟੁੱਟ ਭੱਜ, ਕੋਈ ਕਿੱਧਰ ਚਲਾ ਗਿਆ, ਉਹ ਕਾਂਗਰਸ ਚਲਾ ਗਿਆ, ਕਿੱਧਰ ਚਲਾ ਗਿਆ, ਕਿਤੇ ਆਪਸ 'ਚ ਲੜਾਈ ਹੋ ਗਈ ਉਹਨਾਂ ਦੀ। ਸੋ ਉਹ ਲੋਕਾਂ ਦੀਆਂ ਜਿਹੜੀਆਂ, ਲੋਕਾਂ ਨੂੰ ਇਹ ਜਿਹੜਾ ਪ੍ਰਭਾਵ ਵਿੱਚ ਲੈ ਗਿਆ ਵੀ ਇਹ ਇਕੱਠੇ ਨਹੀਂ ਰਹਿ ਸਕਦੇ, ਰਾਜ ਨਹੀਂ ਕਰ ਸਕਦੇ ਜੀ। ਪਰ ਇਸ ਤਰ੍ਹਾਂ ਦਾ ਪ੍ਰਭਾਵ, ਹਾਂ, ਜਿਹੜਾ ਕੇਜਰੀਵਾਲ ਦਾ ਮੰਨ ਲਗੇ ਵੀ ਦੇਖੋ ਜੀ, ਦਿੱਲੀ ਸਰਕਾਰ ਦਿਖਾਉਂਦੇ ਜ਼ਰੂਰ ਨੇ, ਪਰ ਪੰਜਾਬ 'ਚ ਜਿਸ ਤਰ੍ਹਾਂ ਦਾ ਉਹਨਾਂ ਦਾ ਜੋ ਕੁਝ ਹੋਇਆ ਸਾਹਮਣੇ, ਉਹ ਤਾਂ ਇਹ ਲੱਗਦਾ ਵੀ ਜੇ ਆਪ ਹੀ ਇਕੱਠੇ ਨਹੀਂ ਰਹਿ ਸਕਦੇ, ਬਾਹਰ ਵੀ ਸਰਕਾਰ ਤੋਂ ਬਾਹਰ ਵੀ ਨਹੀਂ ਇਕੱਠੇ ਰਹਿ ਸਕਦੇ, ਤਾਂ ਇਸ ਤਰ੍ਹਾਂ ਦਾ ਜਿਹੜਾ ਇਮੇਜ ਗਿਆ ਉਹਨਾਂ ਦਾ, ਉਹਦਾ ਨਾਲ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ। ਤੇ ਤੀਜੀ ਧਿਰ ਅਜੇ ਵੀ ਹੈਗੀ ਹੈ, ਉਹ ਗਰਾਊਂਡ ਲੈਵਲ ਤੇ ਵੀ ਉਹਨਾਂ ਦਾ ਅਸਰ ਹੈਗਾ, ਪਾਕਟਸ ਵੀ ਹੈਗਾ, ਮਾਲਵੇ 'ਚ ਹੈਗਾ, ਮਾਝੇ 'ਚ ਵੀ ਕੁਛ ਅਸਰ ਹੈਗਾ। ਪਰ ਜਿਹੜਾ ਜਿਵੇਂ ਮੈਂ ਗੱਲ ਪਹਿਲਾਂ ਕੀਤੀ ਸੀ ਨਾ ਕਿ ਕਾਂਗਰਸ ਤੇ ਅਕਾਲੀ ਦਲ ਦਾ ਜਿਵੇਂ ਨੈਟਵਰਕ ਜਿਹੜਾ ਪਿੰਡ ਪੱਧਰ ਦਾ ਜਿਹੜਾ ਉਹਨਾਂ ਦਾ ਹੈਗਾ ਨਾ, ਪੱਕਾ ਵੋਟ, ਜਿਵੇਂ 25-26 ਮਤਲਬ ਅਕਾਲੀ ਦਲ ਨੂੰ 15 ਸੀਟਾਂ ਮਿਲੀਆਂ ਤੇ 25% ਵੋਟ ਫਿਰ ਵੀ ਪੈ ਗਈ ਸੀ ਉਹਨਾਂ ਨੂੰ। ਵੋਟ ਬੈਂਕ ਉਹਨਾਂ ਦਾ ਮਤਲਬ ਉਹ ਇਹ ਵੀ ਮਤਲਬ ਇੰਨਾ ਸੀਗਾ ਉਹ, ਤੇ ਉਸ ਤਰ੍ਹਾਂ ਦਾ ਤਾਂ ਇਹਨਾਂ ਦਾ ਅਜੇ ਨਹੀਂ ਬਣਿਆ ਹੋਇਆ ਜਿਹੜਾ ਪਿੰਡ ਪੱਧਰ ਤੱਕ ਐ ਹੋਵੇ ਪੱਕਾ ਜਿਹੜਾ ਸਾਰਾ ਨੈਟਵਰਕ ਹੋਵੇ, ਉਹ ਨਹੀਂ ਬਣਿਆ ਉਸ ਤਰ੍ਹਾਂ ਦਾ ਸਟੇਬਲ, ਜਿਹੜਾ ਕਿ ਕੋਲ ਉਹ ਲੰਮੇ ਸਮੇਂ 'ਚ ਹੀ ਬਣਦਾ ਚਾਹੀਦਾ, ਕਿਉਂਕਿ ਟੁੱਟ ਭੱਜ ਬਹੁਤ ਹੋ ਗਈ ਨਾ ਆਪਸ 'ਚ। ਜੇ ਤਾਂ ਉਹ ਐਜ਼ ਇਟ ਇਜ਼ ਹੀ ਪਾਰਟੀ ਬਣੀ ਰਹਿੰਦੀ, ਸਾਰੇ MLA ਇਕੱਠੇ ਰਹਿੰਦੇ, ਯੂਨਾਈਟਿਡ ਰਹਿੰਦੇ, ਫਿਰ ਤਾਂ ਹੁਣ ਉਹ ਕ੍ਰਾਸ ਹੋ ਗਏ, ਕੋਈ ਕਿਸੇ ਦਾ ਕੋਈ ਟੁੱਟ ਭੱਜ ਹੋ ਗਈ, ਕਿੱਧਰ ਚਲਾ ਗਿਆ, ਕੋਈ ਵਾਪਸ ਆ ਗਿਆ, ਕਈ ਜਾ ਕੇ ਵਾਪਸ ਆ ਗਏ ਮੁੜ ਕੇ, ਇਹਨਾਂ 'ਚ ਇਹ ਵੀ ਹੋਇਆ। 5-7 ਸਾਲਾਂ 'ਚ ਮਤਲਬ ਬਹੁਤ ਕੰਮ ਕਰ ਸਕਦੇ ਸੀ ਉਹ। ਹਾਂ, ਉਹ ਸੋ ਇਸ ਕਰਕੇ ਉਹ ਜਿਹੜਾ ਇਹ ਇੰਪ੍ਰੈਸ਼ਨ ਦੇਣਾ ਹੁੰਦਾ ਕਿ ਅਸੀਂ ਆਲਟਰਨੇਟਿਵ ਹੈਗੇ ਆ, ਵੀ ਅਸੀਂ ਵੀ ਆਲਟਰਨੇਟਿਵ ਆ, ਉਹ ਇੰਪ੍ਰੈਸ਼ਨ ਜਿਹੜਾ ਦੇਣਾ ਚਾਹੀਦਾ ਸੀ ਉਹ ਨਹੀਂ ਗਿਆ ਲੋਕਾਂ 'ਚ। ਸੋ ਤੀਜੇ ਬਦਲ ਦੀ ਤਲਾਸ਼ ਹੈਗੀ ਆ, ਲੋਕ ਝਾਕ ਕਰਦੇ ਨੇ ਅਜੇ ਵੀ, ਪਰ ਜਿਹੜੇ ਉਹਨਾਂ ਦਾ ਚਿਹਰਾ ਫੇਸ ਵੀ ਦੇਖਦੇ ਨੇ ਲੋਕ। ਜਿਹੜੀ ਇਹ ਪੋਲਿਟਿਕਸ ਹੈਗੀ, ਵੋਟ ਜਿਹੜੀ ਚੋਣ ਰਾਜਨੀਤੀ ਹੈ, ਇਹਦੇ 'ਚ ਚਿਹਰੇ ਜਿਹੜੇ ਹੈ ਬਹੁਤ ਮੈਟਰ ਕਰਦੇ ਨੇ। ਤੇ ਜਿਸ ਤਰ੍ਹਾਂ ਦੀ ਉਹਨਾਂ ਦੇ ਵੀ ਇਦਾਂ ਦੀ ਤਰੀਕਾ ਵਰਤਿਆ, ਬਸ ਜਿਹੜੇ ਮੈਂ ਪਹਿਲਾਂ ਗੱਲ ਕਰੀ ਵੀ ਕੇਜਰੀਵਾਲ ਵੀ ਇੱਥੇ ਆ ਕੇ ਵੀ ਸਿੱਖ ਚਿਹਰਾ ਹੋਏਗਾ ਜੀ, ਸਿੱਖ ਫੇਸ ਹੋਏਗਾ ਜੀ। ਇਹ ਕਿ ਤੁਸੀਂ ਜੇ ਇਹਦਾ ਮਤਲਬ ਇਹੀ ਗੱਲ ਤੇ ਪਲੇ ਕਰ ਰਹੇ ਨਾ ਤੁਸੀਂ। ਪਿਛਲੀ ਵਾਰ ਮਤਲਬ ਪਿਛਲੀ ਵਾਰ ਕੀ ਹੋਇਆ ਸੀ, ਤੇ ਪਿਛਲੀ ਵਾਰ ਵੀ ਜਿਹੜੇ ਕੇਜਰੀਵਾਲ ਨੂੰ ਹਾਰ ਕਿਉਂ ਹੋਈ, ਸਾਰੀਆਂ ਇਹ ਇੰਪ੍ਰੈਸ਼ਨ ਦੇ ਕੇ ਦਿੱਤਾ ਗਿਆ ਕਿ ਉਹ ਖਾਲਿਸਤਾਨੀਆਂ ਨੇ ਮਿਲਿਆ ਹੋਇਆ ਤੇ ਉਹਨਾਂ ਨੇ ਮਿਲਿਆ ਹੋਇਆ, ਤੇ ਜਿਹੜਾ ਹਿੰਦੂ ਤੇ ਸਾਰਾ ਵੋਟ ਸੀ, ਅਰਬਨ ਵੋਟ ਸਾਰਾ ਕਾਂਗਰਸ ਵੱਲ ਪਲਟ ਗਿਆ ਜੀ। ਤੇ ਐਤਕੀ ਫੇਰ ਉਹੀ, ਜੇ ਤੁਸੀਂ ਕਹਿ ਰਹੇ ਹੋ ਵੀ ਸਿੱਖਾਂ ਨੂੰ ਖੁਸ਼ ਕਰ ਰਹੇ, ਸਿੱਖ ਚਿਹਰਾ ਦੇਵਾਂਗੇ, ਤੇ ਫੇਰ ਉਹ ਵੀ ਤੁਸੀਂ ਬੁਝਾਰ ਦੀ ਰੱਖਦੇ ਹੋ ਵੀ ਕੌਣ ਹੋਏਗਾ ਤੁਹਾਡਾ, ਕਿਹੜਾ ਹੋਏਗਾ। ਮਤਲਬ ਇਸ ਤਰ੍ਹਾਂ ਦੀ ਜਿਹੜੀ ਇਹ ਮਤਲਬ ਹੈਗੇ ਨੇ ਤੌਰ ਤਰੀਕੇ, ਇਹਨਾਂ ਨਾਲ ਕੋਈ ਇਹ ਨਹੀਂ ਅਜੇ ਤੱਕ ਮੈਸੇਜ ਗਿਆ ਕਿ ਉਹ ਕੋਈ ਸੋਲਿਡ ਬਦਲ ਦੇਣਗੇ। ਇਸ ਤਰ੍ਹਾਂ ਦਾ ਮੈਸੇਜ ਕੋਈ ਅਜੇ ਤੱਕ ਨਹੀਂ ਹੈਗਾ। ਹਾਂ, ਉਹਨਾਂ ਦੇ ਜ਼ੋਰ ਬਹੁਤ ਲੱਗਿਆ, ਐਕਟੀਵਿਟੀ ਬਹੁਤ, ਮਤਲਬ ਉਹਨਾਂ ਦੀ ਜਿਹੜੀ ਕੋਸ਼ਿਸ਼ਾਂ ਹੈ, ਕੁਛ ਬੰਦੇ ਟੁੱਟ ਭੱਜ ਹੋ ਕੇ ਸ਼ਾਮਲ ਵੀ ਹੋ ਰਹੇ ਨੇ, ਆਮ ਆਦਮੀ ਪਾਰਟੀ 'ਚ ਰਲ ਵੀ ਰਹੇ ਨੇ, ਆਰਟਿਸਟ ਜਾਂ ਹੋਰ ਜਿਹੜੇ
ਸਾਬਕਾ ਅਫਸਰ ਨੇ ਉਹ ਵੀ ਕੁਝ ਸ਼ਾਮਲ ਹੋ ਰਹੇ ਨੇ, ਉਹ ਸਾਰੀਆਂ ਪਾਰਟੀਆਂ 'ਚ ਜਾ ਰਹੇ ਨੇ। ਤਾਂ ਇੱਥੋਂ ਤੱਕ ਬੀਜੇਪੀ ਇਹਨਾਂ ਦਿਨਾਂ 'ਚ ਬੀਜੇਪੀ 'ਚ ਵੀ ਬੰਦੇ ਸ਼ਾਮਲ ਹੋ ਰਹੇ ਨੇ, ਹਾਲਾਂਕਿ ਅੱਜ ਵੀ ਹੋਏ ਨੇ। ਬਿਲਕੁਲ ਬਿਲਕੁਲ, ਉਹ ਤਾਂ ਹੋ ਹੀ ਰਹੇ ਨੇ ਜੀ। ਪਰ ਜਿਹੜਾ ਕਿ ਪਾਵਰ ਤੀਜੀ ਧਿਰ ਐਡੀ ਵੱਡੀ ਪਾਵਰ ਜਿੰਨਾ ਉਭਾਰ 2017 ਸੀ, ਉਸ ਤਰ੍ਹਾਂ ਦੀ ਕੋਈ ਅਜੇ ਤੱਕ ਜੇ ਉਸ ਉਭਾਰ ਦੇ ਬਾਵਜੂਦ ਵੀ ਉਹ ਨਹੀਂ ਪਾਵਰ ਚ ਆ ਸਕੇ ਤੇ ਇਸ ਵੇਲੇ ਉਸ ਤਰ੍ਹਾਂ ਦਾ ਉਹਨਾਂ ਦਾ ਨਹੀਂ ਹੈਗਾ, ਉਹ ਔਰਾ ਜਿਹੜਾ ਉਹ ਨਹੀਂ ਹੈਗਾ। ਹਾਂ, ਉਸ ਤੋਂ ਬਾਅਦ ਇੱਕ ਐਡਵਾਂਟੇਜ ਸਿਰਫ ਉਹਨਾਂ ਨੂੰ ਹੈਗਾ ਕਿ ਦਿੱਲੀ 'ਚ ਕੇਜਰੀਵਾਲ ਨੇ ਜੋ ਦੁਬਾਰਾ ਜਿੱਤ ਕੇ ਤੀਜੀ ਵਾਰ ਜਿੱਤ ਕੇ ਰਾਦਰ ਉਹ ਸਰਕਾਰ ਬਣਾਈ, ਸਰਕਾਰ ਚਲਾਈ ਹੈ। ਕੁਛ ਉਹਨਾਂ ਦੇ ਜਿਹੜੇ ਪੋਜ਼ਿਟਿਵ ਐਸਪੈਕਟ ਨੇ ਜਾਂ ਉਹਦੇ ਉਹ ਜ਼ਰੂਰ ਉਹਨਾਂ ਕੋਲ ਇੱਕ ਐਸੈਟ ਹੈਗਾ ਉਹਨਾਂ ਦਾ ਕਿ ਆਹ ਦੇਖੋ ਜੀ ਅਸੀਂ ਉੱਥੇ ਏਦਾਂ ਕੀਤਾ ਸੀ, ਉੱਥੇ ਵੀ ਖੈਰ ਵਾਦ ਵਿਵਾਦ ਉਹ ਤੇ ਵੀ ਬਥੇਰਾ ਹੁੰਦਾ, ਉਹ ਤਾਂ ਚੱਲ ਅਲੱਗ ਗੱਲ ਹੈ। ਪਰ ਫਿਰ ਵੀ ਇਹ ਹੈਗਾ ਕਿ ਉਹਨਾਂ ਨੇ ਕੰਮ ਕਰਕੇ ਲੋਕਾਂ ਨੂੰ ਬੀਜੇਪੀ ਨੂੰ ਹਰਾਇਆ, ਜਿੱਤੇ, ਤੇ ਜਿਹੜੇ ਉਹ ਇੱਕ ਮਾਡਲ ਉਹਨਾਂ ਕੋਲ ਹੈਗਾ। ਹਾਲਾਂਕਿ ਉਹ ਬੜੀ ਮਤਲਬ ਗਲਤ ਬੇਵੇਚਾ ਹੈ ਦਿੱਲੀ ਦਾ ਕੁਝ ਵੀ ਮਾਡਲ, ਕੋਈ ਵੀ ਦਿੱਲੀ ਦਾ ਉਹ ਪੰਜਾਬ ਤੇ ਲਾਗੂ ਨਹੀਂ ਹੁੰਦਾ। ਪੰਜਾਬ ਤੇ ਲਾਗੂ ਕਰਨਾ ਮਤਲਬ ਪੰਜਾਬ ਦੀ ਸਿਚੁਏਸ਼ਨ ਡਿਫਰੈਂਟ ਹੈ, ਪੰਜਾਬ ਦੀ ਡੈਮੋਗ੍ਰਾਫੀ ਡਿਫਰੈਂਟ ਹੈ, ਪੰਜਾਬ ਦੀ ਇਕਨੋਮੀ ਡਿਫਰੈਂਟ ਹੈ, ਪੰਜਾਬ ਦਾ ਸਾਰੇ ਪੰਜਾਬ ਦੀ ਹਿਸਟਰੀ ਵੱਖਰੀ ਹੈ, ਪੰਜਾਬ ਦਾ ਕਲਚਰ ਵੱਖਰਾ, ਪੰਜਾਬ 'ਚ ਰਿਲੀਜਨ ਦੀ ਜਿਹੜਾ ਰੋਲ ਹੈ, ਜਿਸ ਤਰ੍ਹਾਂ ਦਾ ਸਿੱਖ ਰਿਲੀਜਨ ਦਾ, ਸਿੱਖ ਧਾਰਮਿਕ ਮਸਲੇ ਨੇ ਪੰਜਾਬ 'ਚ ਡਿਫਰੈਂਟ ਹੈ ਸਾਰਾ। ਸੋ ਉਹਨੂੰ ਏਦਾਂ ਮਤਲਬ ਮੇਲਣਾ ਤਾਂ ਕੋਈ ਐਡਾ ਨਹੀਂ। ਹਾਂ, ਐਟੀਟਿਊਡ ਦੀ ਗੱਲ ਕਰ ਸਕਦੇ ਵੀ ਜੇ ਉਹ ਕਹਿੰਦੇ ਨੇ ਕਿ ਸਾਡਾ ਐਟੀਟਿਊਡ ਸਾਡੇ ਸੀਐਮ ਦਾ ਉੱਥੇ ਪ੍ਰੋ ਪੀਪਲ ਹੈਗਾ, ਇੱਥੇ ਵੀ ਹੋਏਗਾ, ਮਤਲਬ ਇਸ ਤਰ੍ਹਾਂ ਦੀਆਂ ਤਾਂ ਚਲੋ ਹੋ ਸਕਦਾ। ਜਾਂ ਐਜੂਕੇਸ਼ਨ 'ਚ, ਹੈਲਥ 'ਚ ਉਹਨਾਂ ਨੇ ਕੰਮ ਜਿਹੜੇ ਨੋਟੇਬਲ ਕੀਤੇ ਨੇ ਵੀ ਉਹ ਅਸੀਂ ਅਪਰੋਚ ਉਹ ਕਰਾਂਗੇ, ਮਤਲਬ ਪੰਜਾਬ ਨੂੰ ਅਪਰੋਚ ਦੇ ਲੈਵਲ ਤੇ ਤੁਸੀਂ ਕਹਿ ਸਕਦੇ ਹੋ ਵੀ ਅਸੀਂ ਅਪਰੋਚ ਸਾਡੀ ਉਹ ਹੋਏਗੀ। ਪਰ ਮਸਲੇ ਰਿਜ਼ੋਲਵ ਕਰ ਲਓਗੇ ਤੁਸੀਂ ਦਿੱਲੀ ਵਾਂਗੂ, ਉਹ ਐਡਾ ਸੌਖਾ ਕੰਮ ਨਹੀਂ ਹੈ। ਇੱਥੇ ਬਹੁਤ ਉਲਝਿਆ ਹੋਇਆ ਕੰਮ ਹੈ, ਵਿਗੜਿਆ। ਮੈਂ ਖਾਸ ਕਰਕੇ ਪਿਛਲੇ ਜਿਹੜਾ 15 ਸਾਲ ਇੱਥੇ ਟੈਰਰਿਜ਼ਮ ਰਿਹਾ, ਉਸ ਤੋਂ ਬਾਅਦ ਮਤਲਬ ਇੰਨਾ ਵਿਗੜਿਆ, ਢਾਂਚਾ ਵਿਗੜਿਆ ਹੋਇਆ, ਤੇ ਹੌਲੀ ਹੌਲੀ ਜਿਸ ਤਰ੍ਹਾਂ ਦਾ ਇੱਥੇ ਬਿਊਰੋਕ੍ਰੇਸੀ ਦਾ ਸਿਸਟਮ ਬਣ ਗਿਆ ਸੀ, ਪੁਲਿਸ ਦਾ ਸਿਸਟਮ ਬਣ ਗਿਆ ਸੀ, ਉਹ ਤਾਂ ਬਹੁਤ ਉਲਝਿਆ ਹੋਇਆ ਸਿਸਟਮ ਹੈ ਇੱਥੇ। ਤਾਂ ਇਹ ਦਿੱਲੀ ਵਾਂਗੂ ਨਹੀਂ ਇੱਥੇ ਲਾਗੂ ਕਰ ਸਕਦੇ। ਸੋ ਇਸ ਕਰਕੇ ਅਜੇ ਕੁਛ ਵੀ ਕਹਿਣਾ ਮੁਸ਼ਕਿਲ ਹੈ। ਤੀਜੀ ਧਿਰ ਹੈਗੀ ਆ ਉਹ, ਇਸ ਵਾਰ ਚੌਥੀ ਧਿਰ ਬੀਜੇਪੀ ਵੀ ਹੋਏਗੀ, ਇਹ ਵੀ ਨੋਟੇਬਲ ਹੈ 2022 ਚ ਕਿ ਇਸ ਵਾਰ ਅੱਗੇ ਸੀ ਅਕਾਲੀ ਬੀਜੇਪੀ ਜੀ ਤੇ ਹੁਣ ਅਕਾਲੀ ਬੀਐਸਪੀ ਹੈ ਇੱਕ ਧਿਰ। ਬਿਲਕੁਲ, ਇੱਕ ਧਿਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਅਕਾਲੀ ਦਲ ਨੂੰ ਬੀਐਸਪੀ ਦਾ ਵੀ ਐਡਵਾਂਟੇਜ ਹੋਏਗਾ, ਦੁਆਬੇ 'ਚ ਤਾਂ ਹੋਵੇ, ਹੋਰ ਵੀ ਥਾਵਾਂ ਤੇ ਹੋਵੇ ਉਹਦਾ ਐਡਵਾਂਟੇਜ। ਬੀਜੇਪੀ ਇੱਕ ਹੋਰ ਪਾਰਟੀ ਵੀ ਇਹਨਾਂ ਦੇ ਵਿੱਚ ਰਲ ਗਈ ਹੈ, ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਕਰਕੇ ਕੋਈ, ਉਹ ਵੀ ਸ਼ਾਮਲ ਹੋਏ ਆ, ਪਤਾ ਨਹੀਂ ਉਹ ਤਾਂ ਹੁਣ ਪਾਰਟੀ ਮਤਲਬ ਕੋਈ ਬਹੁਤ ਜ਼ਿਆਦਾ ਉਸ ਤਰ੍ਹਾਂ ਦੀ ਮੇਨ ਸਟ੍ਰੀਮ ਪਾਰਟੀ ਨਹੀਂ ਹੈਗੀ। ਠੀਕ ਹੈ, ਉਹਦੀ ਜਿਹੜੇ ਉਹਨਾਂ ਦੀ ਲੀਡਰ ਹੋਣਗੇ ਜਾਂ ਵਰਕਰ ਹੋਣਗੇ ਉਹ ਸਪੋਰਟ ਕਰਨਗੇ, ਇਹਨਾਂ ਨੂੰ ਤਾਂ ਸਪੋਰਟ ਮਿਲੇਗੀ ਜੀ। ਉਹ ਆਪਣੇ ਆਪ 'ਚ ਇਸ ਤਰ੍ਹਾਂ ਦੀ ਇਹ ਜਿਹੜਾ ਐਕਸਰਸਾਈਜ਼ ਚੱਲਦੀ, ਜਿਹੜੀ ਛੋਟੀਆਂ ਪਾਰਟੀਆਂ, ਛੋਟੇ ਗਰੁੱਪ ਜਿਹੜੇ ਜੋੜਨ ਦੀ ਐਕਸਰਸਾਈਜ਼, ਉਹਦੇ 'ਚ ਉਹ ਇੱਕ ਜੋੜੀ ਹੈ ਕੋਈ ਉੱਪਰ, ਪਰ ਉਹ ਮੇਨ ਸਟ੍ਰੀਮ ਪਾਰਟੀ ਨਹੀਂ ਸੀਗੀ, ਮਤਲਬ ਉਸ ਤਰ੍ਹਾਂ ਦੀ ਹੈਗੀ ਹੈ। ਤੇ ਚਲੋ ਜਿੰਨੇ ਵੀ ਬੰਦੇ ਨਾਲ ਲੱਗਣਗੇ ਉਹ ਆਪਣੇ ਆਪ 'ਚ ਸਪੋਰਟ ਤਾਂ ਹੋਏਗੀ ਇਹਨਾਂ ਨੂੰ। ਪਰ ਮੇਨ ਜਿਹੜੀਆਂ ਅਕਾਲੀ ਬੀਐਸਪੀ ਅਲਾਇੰਸ, ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਜਿਹੜਾ ਬੀਜੇਪੀ, ਇਹ ਚਾਰ ਤਾਂ ਹੋਣਗੀਆਂ ਮੇਨ ਧਿਰਾਂ। ਮਤਲਬ ਬੀਜੇਪੀ ਵੀ ਪੂਰੀ ਤਰ੍ਹਾਂ ਮੈਦਾਨ 'ਚ ਹੋਏਗੀ ਇਸ ਵਾਰ। ਤੁਸੀਂ ਉਹ ਜਿਹੜੀਆਂ ਇਸ ਵੇਲੇ ਹੁਣ ਉਦੋਂ ਤੱਕ ਜਿਹੜਾ ਕਿਸਾਨੀ ਮੂਵਮੈਂਟ ਦਾ ਕੀ ਬਣਦਾ, ਕੀ ਨਿਬੜਦਾ, ਕਿਸਾਨ ਲਹਿਰ ਦਾ, ਮੋਰਚੇ ਦਾ ਕੀ ਨਿਬੜਦਾ, ਮੰਗਾਂ, ਉਹ ਅਜੇ ਸਵਾਲ ਖੜੇ ਨੇ ਜੀ। ਪਰ ਚਾਰ ਧਿਰਾਂ ਹੋਣਗੀਆਂ ਤੇ ਪੰਜਵੇਂ ਜਿਹੜੇ ਸਪਲਿੰਟਰ ਗਰੁੱਪ ਹੋਣਗੇ, ਜਿਹੜੇ ਛੋਟੇ ਅਕਾਲੀ ਦਲ ਚੋਂ ਨਿਕਲ ਕੇ ਬਣੇ ਨੇ, ਧੜੇ ਬਣੇ ਨੇ, ਜਾਂ ਹੋਰ ਜਿਹੜੇ ਹੈਗੇ ਨੇ ਇੰਡੀਪੈਂਡੈਂਟ ਤੁਹਾਡੇ ਛੋਟੀਆਂ ਮੋਟੀਆਂ ਪਾਰਟੀਆਂ ਜਿਵੇਂ ਸਿੰਘ, ਉਹ ਇਕੱਠੇ ਹੋ ਕੇ ਕਿਸ ਤਰ੍ਹਾਂ ਕਰਦੇ ਨੇ, ਉਹ ਵੀ ਇੱਕ ਹੋਏਗਾ। ਪਰ ਮੇਨ ਚਾਰ ਧਿਰਾਂ ਹੈਗੀਆਂ। ਪੰਜਵੀਂ ਧਿਰ ਜਿਹੜੀ ਉਹ ਸੰਯੁਕਤ ਅਕਾਲੀ ਦਲ ਜਿਹੜਾ ਹੋਏਗਾ, ਉਹ ਦੇਖਣ ਵਾਲੀ ਹੈ ਕਿਸ ਤਰ੍ਹਾਂ ਉਹ ਮਤਲਬ ਉਹ ਕਰਦੇ ਨੇ। ਪਰ ਮਤਲਬ ਸੋ ਇਸ ਕਰਕੇ ਇਹ ਕਹਿਣਾ ਅਜੇ ਕੁਛ ਵੀ ਮੁਸ਼ਕਿਲ ਹੈ ਕਿ ਕਿਉਂਕਿ ਝੋਲਾ ਹੀ ਆ ਜੇ ਤਾਂ ਇਹ ਕਿਹਾ ਜਾ ਸਕਦਾ ਹੈ। ਹਾਂਜੀ ਹਾਂਜੀ, ਹਾਂ, ਰੂਲਿੰਗ ਪਾਰਟੀ ਦੀ ਐਂਟੀ ਇਨਕੰਬੈਂਸੀ ਕਾਫੀ ਹੈ। ਅਕਾਲੀ ਦਲ ਜਿਹੜਾ ਉਹ ਪਿਛਲਾ ਰੋਕਾ ਰੱਦ ਕੀਤਾ ਹੋਇਆ ਸੀ ਇੱਕ ਵਾਰੀ, ਤੇ ਆਮ ਆਦਮੀ ਪਾਰਟੀ ਵੈਸੇ ਪੂਰੀ ਨਹੀਂ ਉਤਰੀ ਲੋਕਾਂ ਦੇ, ਉਹ ਆਪਦੇ ਭਾਰ 'ਚ ਡਿੱਗ ਪਏ ਨੇ, ਉਹ ਡਿੱਗ ਪਏ ਸੀਗੇ ਜੀ। ਤੇ ਬੀਜੇਪੀ ਜਿਹੜੀ ਆ ਉਹ ਲੋਕ ਵੈਸੇ ਪੰਜਾਬ ਦੇ ਵਿਰੋਧੀ ਹੋਏ ਹੋਏ ਨੇ ਬੀਜੇਪੀ ਦੇ। ਸੋ ਇਸ ਕਰਕੇ ਅਜੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਜੀ। ਵੱਖ ਪਾਰਟੀਆਂ ਦੀ ਗੱਲਬਾਤ ਜਿਹੜੀ ਆ ਉਹ ਅੱਜ ਕੀਤੀ ਹੈ।
ਔਰ ਕਾਂਗਰਸ ਦੇ ਵਿੱਚ ਜੋ ਕਾਟੋ ਕਲੇਸ਼ ਜਾਰੀ ਹੈ ਉਸ ਬਾਬਤ ਵੀ ਬਲਜੀਤ ਬੱਲੀ ਜੀ ਨੇ ਕਾਫੀ ਵਿਸਥਾਰ ਦੇ ਵਿੱਚ ਦੱਸਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਟੀ ਜਿਹੜੀ ਆ ਉਹ ਕੀ ਤਬਦੀਲੀਆਂ ਲਿਆ ਸਕਦੀ ਹੈ ਜਾਂ ਫਿਰ ਲੋਕ ਇਸ ਨੂੰ ਪਸੰਦ ਕਰਨਗੇ ਜਾਂ ਨਹੀਂ ਕਰਨਗੇ, ਇਸ ਬਾਰੇ ਵੀ ਦੱਸਿਆ। ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਜੋ ਪੱਤਾ ਖੇਡਿਆ ਜਾ ਰਿਹਾ ਉਸ ਦੇ ਕੀ ਅਰਥ ਨਿਕਲਦੇ ਆ ਜਾਂ ਉਸ ਦਾ ਰਾਜਨੀਤੀ ਦੇ ਵਿੱਚ ਕਿੰਨਾ ਕੁ ਉਹਨਾਂ ਨੂੰ ਫਾਇਦਾ ਹੁੰਦਾ ਹੈ, ਉਹ ਵੀ ਵੇਖਣ ਵਾਲੀ ਗੱਲ ਹੋਊਗੀ। ਤੇ ਆਮ ਆਦਮੀ ਪਾਰਟੀ ਅੱਜ ਕਿਸ ਲੈਵਲ ਦੇ ਉੱਤੇ ਖੜੀ ਹੈ ਜਾਂ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਕਿੰਨੇ ਅਸਾਰ ਹੈ ਕਿ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ਼ ਹੋ ਸਕਣ, ਉਸ ਬਾਬਤ ਵੀ ਗੱਲਬਾਤ ਕੀਤੀ ਹੈ। ਬਲਜੀਤ ਬੱਲੀ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਦੋਸਤੋ, ਇਹ ਸੀ ਸਿਆਸਤ ਦੇ ਰੰਗ ਪ੍ਰੋਗਰਾਮ। ਕਿਸ ਤਰ੍ਹਾਂ ਲੱਗਿਆ ਉਹ ਵੀ ਜ਼ਰੂਰ ਦੱਸਿਓ। ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ। ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੋਰ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਲੈ ਕੇ, ਹੋਰ ਪੰਜਾਬ ਦੇ ਮੁੱਦੇ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ FYI ਮੀਡੀਆ।